ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਨਾਹੋ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ। ਪਰਣਵੰਤ ਨਾਨਕ ਤਿਨ ਕੀ ਸ਼ਰਨਾ, ਜਿਨ ਤੂੰ ਨਾਹੀ ਵਿਸਰਿਆ। ਫਰੀਦਾ ਜੇ ਤੂੰ ਅਕਲ ਲਤੀਫ, ਕਾਲੇ ਲਿਖਣਾ ਲੇਖ। ਆਪ ਨੜੇ ਗਿਰੀਵਾਨ में, ਸਿਰ ਨੀਵਾਂ ਕਰ ਦੇ। ਆਪ ਨੜੇ ਗਿਰੀਵਾਨ में, ਸਿਰ ਨੀਵਾਂ ਕਰ ਦੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅਪਾਰ ਬਖਸ਼ਿਸ਼ ਰਹਿਮਤ ਦਾ ਸਦਕਾ ਮੇਰੇ ਤੋਂ ਪਹਿਲਾਂ ਚੱਲ ਰਹੇ ਸ੍ਰੀ ਸਹਿਜ ਪਾਠ ਜਿਹਦੀ ਸੰਪੂਰਤਾ ਬੱਚੇ ਚਿਰਜੀਤ ਸਿੰਘ ਨੇ ਬੜੇ ਪਿਆਰ ਸਹਿਤ ਕੀਤੀ ਹੈ। ਉਸ ਤੋਂ ਬਾਅਦ ਭੈਣ ਜੀ ਨੇ ਸ਼ਬਦ ਪੜ੍ਹਿਆ ਹੈ। ਲਗਾਤਾਰ ਚੱਲ ਰਹੇ ਸ੍ਰੀ ਸਹਿਜ ਪਾਠ ਦੀ ਸੰਪੂਰਤਾ ਤੇ ਗੁਰੂ ਪਾਸੋਂ ਅਗਲੇ ਪਾਠ ਦੀ ਵੀ ਬਖਸ਼ਿਸ਼ ਲੈ ਕੇ ਫਿਰ ਅਗਾਂਹ ਸੇਵਾ ਚੱਲਣੀ ਹੈ। ਆਓ ਕੁਝ ਸਮਾਂ ਮਨ ਦੀ ਬਿਰਤੀ ਨੂੰ ਇਕਾਗਰ ਕਰੀਏ। ਸਰੀਰ ਕਰਕੇ ਹਾਜ਼ਰ ਹਾਂ, ਸਰੀਰ ਦਾ ਵੀ ਟਿਕਾਅ ਹੋਣਾ ਜ਼ਰੂਰੀ ਹੈ। ਮਨ ਨੂੰ ਟਿਕਾਉਣ ਵਾਸਤੇ ਸਭ ਤੋਂ ਪਹਿਲਾਂ ਸਰੀਰ ਦਾ ਟਿਕਣਾ ਜ਼ਰੂਰੀ ਹੁੰਦਾ ਹੈ। ਸਿਆਣੇ ਕਹਿੰਦੇ ਨੇ ਪਾਣੀ ਦੀ ਬਾਲਟੀ ਹੋਵੇ ਨਾ, ਤੇ ਜੇ ਪਾਣੀ ਨੂੰ ਟਿਕਾਣਾ ਹੋਵੇ ਤੇ ਪਹਿਲਾਂ ਪਾਣੀ ਦੀ ਬਾਲਟੀ ਨੂੰ ਟਿਕਾ ਦਿਓ। ਬਾਲਟੀ ਟਿਕ ਗਈ ਤੇ ਇੱਕ ਸਮਾਂ ਆਏਗਾ ਪਾਣੀ ਵੀ ਟਿਕ ਜਾਏਗਾ। ਸਰੀਰ ਵੀ ਇੱਕ ਬਾਲਟੀ ਹੈ ਤੇ ਮਨ ਇਸ ਦੇ ਵਿੱਚ ਪਾਣੀ ਹੈ। ਸਰੀਰ ਨੂੰ ਟਿਕਾਉਣ ਵਾਸਤੇ ਪਹਿਲਾਂ ਸਰੀਰ ਟਿਕਾਈਏ, ਫਿਰ ਮਨ ਟਿਕਦਾ ਹੈ। ਤੋ ਜਿੱਥੇ ਸਰੀਰ ਦੀ ਹਾਜ਼ਰੀ ਆਪ ਜੀ ਨੇ ਲਾਈ ਹੈ, ਕੋਈ ਜ਼ਰੂਰੀ ਕੰਮ ਹੈ ਤੇ ਜ਼ਰੂਰ ਕਰੋ। ਜੇ ਗੁਰਬਾਣੀ ਵਿਚਾਰ ਸੁਣਨ ਦਾ ਮਨ ਹੈ ਤੇ ਕੈਮਰਾ ਔਨ ਕਰਕੇ ਜ਼ਰੂਰ ਮਨ ਬਿਰਤੀ ਨੂੰ, ਕਿਉਂਕਿ ਹਾਜ਼ਰੀ ਮਨ ਦੀ ਲੱਗਣੀ ਹੈ ਨਾ ਕਿ ਸਰੀਰ ਦੀ। ਸਰੀਰ ਤੇ ਇੱਕ ਪੁਤਲਾ ਹੈ, ਪਰ ਮਨ ਕਾਰਨ ਹੀ ਪਰਮਾਤਮਾ ਦੀ ਹਾਜ਼ਰੀ ਲੱਗਦੀ ਹੈ ਉੱਥੇ। ਤੋ ਗੁਰੂ ਸਾਹਿਬ ਬਖਸ਼ਿਸ਼ ਕਰਨ, ਜਿੱਥੇ ਸਰੀਰ ਕਰਕੇ ਬੈਠੇ ਹੋ ਉੱਥੇ ਮਨ ਦੀ ਹਾਜ਼ਰੀ ਲਗਾਓ। ਮਨ ਬਿਰਤੀ ਇਕਾਗਰ ਕਰੋ, ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਫੇਰ ਮੁੜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਅੱਜ ਕਨਸੈਪਟ ਲਿਆ ਹੈ ਸਤਿਗੁਰ ਗੁਣੀ ਨਿਧਾਨ ਹੈ, ਗੁਣ ਕਰ ਬਖਸ਼ੇ ਅਵਗਣਿਆਰੇ। ਸਤਿਗੁਰੂ ਗੁਣਾਂ ਦਾ ਨਿਧਾਨ ਹੁੰਦਾ, ਖਜ਼ਾਨਾ ਸਮੁੰਦਰ ਹਨ। ਔਰ ਉਹ ਪਿਆਰਾ ਸਤਿਗੁਰੂ ਜਿਹੜੇ ਔਗਣ ਸਾਡੇ ਜਿਤਨੇ ਵੀ ਹੋਣ ਸਾਰੇ ਬਖਸ਼ ਕੇ ਗੁਣਾਂ ਵਾਲਾ ਬਣਾ ਦਿੰਦਾ ਹੈ। ਤੋਂ ਪਹਿਲਾਂ ਇਹ ਥੋੜਾ ਜਿਹਾ ਵਿਚਾਰ ਕਰ ਲਈਏ। ਦੇਖੋ, ਅਸੀਂ ਕੋਈ ਵੀ ਸਵਾਲ ਜਵਾਬ ਕਰਨਾ ਹੈ ਤੇ ਗੁਰਬਾਣੀ ਹੀ ਅਰਥ ਕਰਦੀ ਹੈ ਉਹਦੇ। ਜਿਤਨੀ ਮਰਜ਼ੀ ਅਸੀਂ ਬਾਹਰ ਦੀ ਗੱਲਾਂ ਕਰ ਲਈਏ, ਪਰ ਜਦੋਂ ਗੁਰਬਾਣੀ ਕੋਲੋਂ ਪੁੱਛੀਏ ਤੇ ਉਹ ਗੱਲ ਬਿਲਕੁਲ ਕਲੀਅਰ ਹੋ ਜਾਂਦੀ ਹੈ। ਸਤਿਗੁਰੂ ਕੋਲੋਂ ਪੁੱਛੀਏ,
ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਦੱਸੋ ਸਾਨੂੰ ਸਤਿਗੁਰੂ ਦੀ ਡੈਫੀਨੇਸ਼ਨ ਕੀ ਹੈ? ਸਤਿਗੁਰ ਕਿਸ ਨੂੰ ਕਹਿੰਦੇ ਹਨ? ਤੇ ਰੋਜ਼ ਤੁਸੀਂ ਸੁਖਮਣੀ ਸਾਹਿਬ ਪੜ੍ਹਦੇ ਹੋ, ਤੁਹਾਡੇ ਜ਼ਿਹਨ ਵਿੱਚ ਪੰਕਤੀਆਂ ਹੋਣਗੀਆਂ। ਮਹਾਰਾਜ ਕਹਿੰਦੇ ਨੇ, ਆ ਸਿੱਖਾ, ਮੇਰੇ ਕੋਲ ਕੋਈ ਇਸ ਤਰ੍ਹਾਂ ਦਾ ਸਵਾਲ ਕਰੇ ਨਾ ਤੇ ਮੈਨੂੰ ਬੜਾ ਚੰਗਾ ਲੱਗਦਾ ਹੈ। ਤੇ ਸਤਿਗੁਰੂ ਕੋਲੋਂ ਜਦ ਮੈਂ ਪੁੱਛਿਆ, ਮਹਾਰਾਜ ਸਤਿਗੁਰ ਕੈਸਾ ਹੋਣਾ ਚਾਹੀਦਾ ਹੈ? ਗੁਰੂ ਸਾਹਿਬ ਕਹਿੰਦੇ, ਰੋਜ਼ ਅਸੀਂ ਕਹਿੰਦੇ ਹਾਂ, ਸਤਿਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਉ, ਤਿਸ ਕੈ ਸੰਗ ਸਿਖ ਉਦਰੈ, ਨਾਨਕ ਹਰ ਗੁਣ ਗਾਓ। ਉਹ ਸਤਿਗੁਰੂ ਹੈ ਜਿਨੇ ਸਤ ਪੁਰਖ ਨੂੰ ਜਾਣ ਲਿਆ। ਸਤ ਜਿਹੜਾ ਸਦਾ ਰਹਿਣ ਵਾਲਾ, ਪੁਰਖ ਜਿਹੜਾ ਸਾਰਿਆਂ ਦੇ ਵਿੱਚ ਰਮਿਆ ਹੋਇਆ ਹੈ, ਜਿਹੜਾ ਦਿਖਦਾ ਨਹੀਂ ਹੈ ਪਰ ਰਮਿਆ ਜ਼ਰੂਰ ਹੋਇਆ ਹੈ। ਜੇ ਇਹਨੂੰ ਥੋੜ੍ਹਾ ਜਿਹਾ ਉਦਾਹਰਨ ਲੈ ਲਈਏ, ਮੈਂ ਅੱਜ ਵੀ ਸੋਚ ਰਿਹਾ ਸੀ, ਮੈਂ ਇੱਕ ਵਾਰੀ ਆਕਾਸ਼ ਦੇ ਵਿੱਚ ਪੰਛੀ ਉੜਦੇ ਵੇਖੇ। ਉਹ ਪੰਖ ਮਾਰਦੇ ਹੋਏ ਅਗਾਂਹ ਜਾਂਦੇ ਰਹੇ, ਪਰ ਜਿਹੜੇ ਜਿਹੜੇ ਨਿਸ਼ਾਨ ਛੱਡ ਕੇ ਗਏ ਉਹ ਨਜ਼ਰ ਨਹੀਂ ਆ ਰਹੇ, ਪਰ ਉਹ ਉਡਾਰੀ ਕਰੀ ਮਾਰੀ ਜਾ ਰਹੇ ਨੇ। ਇਸੇ ਤਰ੍ਹਾਂ ਪਰਮਾਤਮਾ ਸਾਰੀ ਜਗ੍ਹਾ ਤੇ ਵਸਦਾ ਹੈ, ਪਰ ਉਹ ਨਜ਼ਰ ਨਹੀਂ ਆਉਂਦਾ। ਮਹਾਰਾਜ ਕਹਿੰਦੇ ਨੇ, ਉਹ ਸਤ ਪੁਰਖ ਹੈ, ਜਿਹਨੂੰ ਕਰਤਾ ਪੁਰਖ ਵੀ ਕਹਿੰਦੇ ਹਾਂ। ਪੁਰਖ ਹੁੰਦਾ ਹੈ ਜਿਹੜਾ ਸਭ ਦੇ ਵਿੱਚ ਮਿਲਿਆ ਹੋਵੇ। ਕਿਸੇ ਨੇ ਇਹ ਵੀ ਸਵਾਲ ਕੀਤਾ ਗੁਰੂ ਅਰਜਨ ਦੇਵ ਮਹਾਰਾਜ ਕੋਲ, ਰੱਬ ਇੱਕ ਹੈ, ਧਿਆਨ ਦੇਣਾ, ਰੱਬ ਇੱਕ ਹੈ ਤੇ ਸਾਰਿਆਂ ਦੇ ਵਿੱਚ ਕਿਵੇਂ ਹੋ ਜਾਂਦਾ ਹੈ? ਗੁਰੂ ਅਰਜਨ ਦੇਵ ਮਹਾਰਾਜ ਕੋਲ ਸਵਾਲ ਪੁੱਛਿਆ ਕਿ ਰੱਬ ਇੱਕ ਹੈ ਤੇ ਸਾਰਿਆਂ ਦੇ ਵਿੱਚ ਕਿਵੇਂ ਆ ਜਾਂਦਾ ਹੈ? ਤੋ ਗੁਰੂ ਮਹਾਰਾਜ ਨੇ ਬੜਾ ਸੌਖੇ ਤਰੀਕੇ ਨਾਲ ਦੱਸਿਆ। ਉਹਨਾਂ ਕਿਹਾ, ਘੜੇ ਪਾਣੀ ਦੇ ਲਿਆਓ, ਛੱਤ ਤੇ ਰੱਖ ਦਿੱਤੇ ਘੜੇ ਪਾਣੀ ਦੇ, 15-20 ਘੜੇ ਸਨ, ਸਭ ਨੇ ਪਾਣੀ ਪਾ ਕੇ ਰੱਖ ਦਿੱਤਾ, ਚੱਦਰ ਨਾਲ ਢੱਕ ਦਿੱਤਾ। ਰਾਤ ਪਈ, ਚੰਦਰਮਾ ਜਦ ਨਿਕਲਿਆ ਤੇ ਮਹਾਰਾਜ ਨੇ ਕਿਹਾ, ਚੱਦਰ ਹਟਾਓ। ਚੱਦਰ ਹਟਾਇਆ ਤੇ ਸਾਰੇ ਘੜਿਆਂ ਦੇ ਵਿੱਚ ਚੰਦਰਮਾ ਨਜ਼ਰ ਆ ਰਿਹਾ ਸੀ। ਮਹਾਰਾਜ ਦਾ ਸਮਝਾਉਣ ਦਾ ਢੰਗ ਸੀ, ਚੰਦਰਮਾ ਇੱਕ ਹੀ ਹੈ। ਭੁਲੇਖਾ ਕੱਢ ਦੇਣਾ ਕਿ ਰੱਬ ਇੱਕ ਹੈ ਜਾਂ ਦੋ ਹੈ ਜਾਂ 4 ਨੇ ਜਾਂ 10 ਨੇ ਜਾਂ 33 ਕਰੋੜ ਨੇ। ਰੱਬ ਇੱਕ ਹੀ ਹੈ। ਸਾਹਿਬ ਮੇਰਾ ਇੱਕੋ ਹੈ, ਇੱਕੋ ਹੈ ਭਾਈ, ਇੱਕੋ ਹੈ। ਮਹਾਰਾਜ ਕਹਿੰਦੇ ਨੇ, ਜਿਸ ਤਰ੍ਹਾਂ ਚੰਦਰਮਾ ਦਾ ਬਿੰਬ ਸਾਰਿਆਂ ਦੇ ਵਿੱਚ ਆਉਂਦਾ ਹੈ ਨਾ, ਸਭ ਘੜਿਆਂ ਦੇ ਵਿੱਚ ਤੁਹਾਨੂੰ ਚੰਦਰਮਾ ਨਜ਼ਰ ਆ ਰਿਹਾ ਹੈ, ਇਸ ਤਰ੍ਹਾਂ ਜਿਤਨੀਆਂ ਤੁਸੀਂ ਸੰਸਾਰ ਦੇ ਵਿੱਚ ਇਹ ਮਨੁੱਖ ਮੂਰਤੀਆਂ ਦੇਖ ਰਹੇ ਹੋ, ਸਾਰਿਆਂ ਦੇ ਵਿੱਚ ਹੀ ਰੱਬ ਹੈ, ਜਿਹਨੂੰ ਕਹਿੰਦੇ ਨੇ ਸਤ ਪੁਰਖ। ਔਰ ਜਿਸ ਨੂੰ ਉਸਨੇ ਜਾਣ ਲਿਆ, ਅਸੀਂ ਤੇ ਨਹੀਂ ਜਾਣਿਆ, ਮੈਂ ਤੇ ਨਹੀਂ ਜਾਣਿਆ, ਤੇ ਜੇ ਤੁਸੀਂ ਕਿਸੇ ਨੇ ਜਾਣਿਆ ਹੋਵੇਗਾ ਤੇ ਅੱਛੀ ਗੱਲ ਹੈ। ਪਰ ਮਹਾਰਾਜ ਕਹਿੰਦੇ ਨੇ, ਸਤ ਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਮ, ਉਹਦਾ ਨਾਮ ਸਤਿਗੁਰੂ ਹੈ। ਤੇ ਸਾਨੂੰ ਭਾਲਣ ਦੀ ਲੋੜ ਹੀ ਨਹੀਂ ਕਿ ਸਾਡਾ ਸਤਿਗੁਰੂ ਕੌਣ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ। ਫਿਰ ਮਹਾਰਾਜ ਕਹਿੰਦੇ, ਤਿਸ ਕੇ ਸੰਗ ਸਿੱਖ ਉਧਰੇ, ਜਿਹੜਾ ਵੀ ਇਹਦਾ ਸੰਗ ਕਰ ਲੇਗਾ ਉਹਦਾ ਵੀ ਉਧਾਰ ਹੋ ਜਾਏਗਾ। ਕਿੰਨੀ ਵੱਡੀ ਗੱਲ ਮਹਾਰਾਜ ਨੇ ਉਸ ਪਰਮਾਤਮਾ ਤੇ ਭਰੋਸਾ ਰੱਖ ਕੇ ਕਹੀ ਹੈ ਕਿ ਸਤਿਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਉ, ਤਿਸ ਕੈ ਸੰਗ ਸਿੱਖ ਉਦਰੇ, ਨਾਨਕ ਹਰ ਗੁਣ ਗਾਓ। ਅਸੀਂ ਕੀ ਕਰਨਾ ਹੈ? ਅਸੀਂ ਫਿਰ ਗੁਰਾਂ ਦੇ ਨਾਲ ਲੱਗ ਕੇ ਉਸ ਪਰਮਾਤਮਾ ਦੇ ਗੁਣ ਗਾਣੇ ਨੇ। ਜਿਉਂ-ਜਿਉਂ ਅਸੀਂ ਆਪਣੇ ਗੁਣ ਗਾਵਾਂਗੇ ਪਰਮਾਤਮਾ ਦੇ, ਕੀ ਹੋਵੇਗਾ? ਗੁਣ ਗਾਵਤ ਤੇਰੀ ਉਤਰਸ ਮੈਲ। ਸਾਡੇ ਜਨਮਾਂ ਦੀ ਜਿਹੜੀ ਮੈਲ ਲੱਗੀ ਹੋਈ ਹੈ ਨਾ,
ਉਹ ਆਪਣੇ ਆਪ ਉਤਰਦੀ ਜਾਏਗੀ। ਜਿਉਂ-ਜਿਉਂ ਅਸੀਂ ਗੁਰੂ ਦੇ ਗੁਣ ਗਾਵਾਂਗੇ, ਸਾਨੂੰ ਨਹੀਂ ਪਤਾ ਲੱਗ ਰਿਹਾ, ਪਰ ਸਾਡੇ ਔਗਣਾਂ ਦੀ ਮੈਲ ਉਤਰ ਰਹੀ ਹੈ। ਗੁਰੂ ਸਾਹਿਬ ਕਹਿੰਦੇ ਨੇ ਸਤਿਗੁਰ ਗੁਣੀ ਨਿਧਾਨ ਹੈ। ਉਹ ਪਰਮਾਤਮਾ ਸਤਿਗੁਰੂ, ਮੇਰਾ ਗੁਰੂ ਸਤਿਗੁਰੂ ਗੁਣਾਂ ਦਾ ਖਜ਼ਾਨਾ ਹੈ। ਗੁਣ ਕਰ ਬਖਸ਼ੇ ਅਵਗਣਿਆਰੇ, ਉਹ ਸਾਡੇ ਅਵਗੁਣਾਰੇ ਜੀਵ ਜਿਹੜੇ ਅਸੀਂ ਔਗਣਾਂ ਦੇ ਭਰੇ ਹੋਏ ਹਾਂ। ਹਮ ਅਵਗੁਣ ਭਰੇ ਇੱਕ ਗੁਣ ਨਾਹੀਂ, ਅੰਮ੍ਰਿਤ ਛਾੜ ਬਿਖੇ ਬਿਖ ਖਾਈ, ਮਾਇਆ ਮੋਹ ਭਰਮ ਪੈ ਭੁੱਲੈ, ਸੁਤ ਦਾਰਾ ਸਿਉ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣੋ ਗੁਰ ਸੰਗਤ, ਤਹਿ ਮਿਲੰਤ ਜਮ ਤਰਾਸ ਮਿਟਾਈ। ਮਹਾਰਾਜ ਕਹਿੰਦੇ ਇੱਕ ਅਰਦਾਸ ਪਾਠ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸ਼ਰਨਾਈ। ਇਹ ਸਤਿਗੁਰੂ ਅਸੀਂ ਔਗਣਹਾਰੀ ਜੀਵ ਹਾਂ, ਔਗਣਾ ਕਰਕੇ ਤੇਰੇ ਤੋਂ ਵਿਛੜੇ ਹੋਏ ਹਾਂ। ਤੂੰ ਗੁਣਾਂ ਦਾ ਸਮੁੰਦਰ ਹੈ, ਤੇਰੇ ਕੋਲ ਐਸੇ ਗੁਣ ਨੇ ਜਿਹੜਾ ਵੀ ਤੇਰੀ ਸ਼ਰਨ ਵਿੱਚ ਆ ਜਾਂਦਾ ਹੈ, ਤੂੰ ਉਹਨਾਂ ਨੂੰ ਬਖਸ਼ਣ ਵਿੱਚ ਦੇਰੀ ਨਹੀਂ ਕਰਦਾ। ਦੇਖੋ ਕਿੰਨੀ ਵੱਡੀ ਗੱਲ ਹੈ। ਮੈਂ ਸੁਖਮਣੀ ਸਾਹਿਬ ਜਦੋਂ ਪੜ੍ਹ ਰਿਹਾ ਸੀ ਤੇ ਪੰਗਤੀ ਸਾਹਮਣੇ ਆਈ, ਮੈਂ ਕਿਹਾ ਅਸੀਂ 9 ਵਿਕਾਰ ਕਮਾਨੇ ਆ, ਉਹਨਾਂ ਵਿਕਾਰਾਂ ਕਰਕੇ ਸਾਡੇ ਜਨਮ ਤੇ ਜਨਮ ਹੋਈ ਜਾ ਰਹੇ ਨੇ। ਔਰ ਇਹ ਜਨਮ ਐਵੇਂ ਨਹੀਂ ਮਿਲਿਆ। ਇੱਕ ਵਾਰੀ ਜੇ ਫਲ ਪੇੜ ਤੋਂ ਗਿਰ ਜਾਏ ਨਾ, ਮਹਾਰਾਜ ਕਹਿੰਦੇ ਨੇ ਕਬੀਰ ਮਾਨਸ ਜਨਮ ਦੁਲੰਭ ਹੈ, ਬੜਾ ਹੀ ਔਖਾ ਮਿਲਦਾ ਜੇ। ਹੋਏ ਨਾ ਬਾਰੰਬਾਰ, ਇਹ ਬਾਰ-ਬਾਰ ਨਹੀਂ ਹੋਣਾ। ਜਿਉਂ ਬਨ ਫਲ ਭਾਂਕੇ ਭੂਏ ਗਿਰੇ, ਬੋਹਰ ਨਾ ਲਾਗੇ ਡਾਰ। ਜੇ ਫਲ ਡਾਹਣੀ ਤੋਂ ਢਹਿ ਕੇ ਨੀਚੇ ਗਿਰ ਗਿਆ ਜ਼ਮੀਨ ਤੇ, ਫਿਰ ਦੁਬਾਰਾ ਨਹੀਂ ਲੱਗਣਾ, ਫਿਰ 84 ਲੱਖ ਦਾ ਗੇੜ ਤਿਆਰ ਹੈ। ਬੜਾ ਔਖਾ ਜੀਵਨ ਮਿਲਿਆ ਤੇ ਅਸੀਂ ਕੀ ਕੀਤਾ? ਅਸੀਂ ਇਹ ਛੋਟੇ ਜਿਹੇ ਜੀਵਨ ਵਿੱਚ ਉਹਦੇ ਗੁਣ ਗਾਣੇ ਸੀ, ਆਪਣੇ ਔਗਣਾਂ ਨੂੰ ਖਤਮ ਕਰਨਾ ਸੀ। ਅਸੀਂ ਕੀ ਸੁਭਾਅ ਬਣਾ ਲਿਆ? ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿ ਰਹੇ ਨੇ, ਬੈਰ ਵਿਰੋਧ ਕਾਮ ਕ੍ਰੋਧ ਮੋਹ, ਝੂਠ ਵਿਕਾਰ ਮਹਾ ਲੋਭ ਧਰੋਹ। ਇਹ 9 ਵਿਕਾਰ ਬੰਦੇ ਨੇ, ਗਿਣ ਲੈਣਾ। ਬੈਰ ਵਿਰੋਧ ਕਾਮ ਕ੍ਰੋਧ ਮੋਹ, ਝੂਠ ਵਿਕਾਰ ਮਹਾ ਲੋਭ ਧਰੋਹ। ਇਹ ਆਹੂ ਜੁਗਤ ਬਿਆਨੇ ਕਈ ਜਨਮ। ਇਸ ਜੁਗਤੀ, ਇਸ ਢੰਗ ਦੇ ਨਾਲ ਅਸੀਂ ਕਈ ਜਨਮਾਂ ਦੇ ਵਿੱਚ ਭੜਕੀ ਜਾ ਰਹੇ ਹਾਂ। ਆਏ ਅਨਕ ਜਨਮ ਭ੍ਰਮ ਸਰਨੀ, ਕਿੰਨੇ ਜਨਮਾਂ ਤੋਂ ਅਸੀਂ ਭਟਕਦੇ ਜਾ ਰਹੇ ਹਾਂ। ਮਰ ਕੇ ਆਹੂ ਜੁਗਤ ਬਿਆਨੇ ਕਈ ਜਨਮ। ਹੁਣ ਕੀ ਬੇਨਤੀ ਕਰਨੀ ਹੈ? ਨਾਨਕ ਰਾਖ ਲਿਓ। ਕੀ ਕਹਿਣਾ ਹੈ? ਇਹ ਮਹਾਰਾਜ ਮੈਨੂੰ ਰੱਖ ਲਓ, ਆਪਨ ਕਰ ਕਰਮ, ਆਪਣੀ ਬਖਸ਼ਿਸ਼ ਦੁਆਰਾ ਮੈਨੂੰ ਰੱਖ ਲੈ। ਸਤਿਗੁਰ ਗੁਣੀ ਨਿਧਾਨ ਹੈ, ਗੁਣ ਕਰ ਬਖਸ਼ੇ ਅਵਗਣਿਆਰੇ। ਉਹ ਅਵਗੁਣਾਰਿਆਂ ਨੂੰ ਬਖਸ਼ ਦਿੰਦਾ ਹੈ। ਮਾਰੇ ਕੋਲ ਇੱਕ ਤਾਸੀਰ ਹੈ, ਖਾਲੀ ਬਖਸ਼ਦਾ ਹੀ ਨਹੀਂ ਹੈ, ਉਹ ਗੁਣਾ ਵਾਲਾ ਵੀ ਬਣਾ ਦਿੰਦਾ ਹੈ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ। ਉਹ ਖਾਲੀ ਗੁਣਾ ਵਾਲਾ ਹੀ ਨਹੀਂ ਬਣਾਉਂਦਾ, ਉਹ ਗੁਣ ਵੰਡਣ ਵਾਲਾ ਵੀ ਬਣਾ ਦਿੰਦਾ ਹੈ। ਦੇਖੋ ਸਾਡੇ ਵਰਗਿਆਂ ਵਿੱਚ ਕੀ, ਮੈਂ ਸੋਚਣਾ ਸਾਨੂੰ ਬੋਲਣ ਦੀ ਜਾਚ ਨਹੀਂ ਹੈ, ਪਰ ਸਾਨੂੰ ਬਖਤਾ ਬਣਾ ਦਿੰਦਾ ਹੈ। ਅਸੀਂ ਗੁਰੂ ਦੇ ਕੋਲ ਉਹ ਬਖਸ਼ਿਸ਼ਾਂ ਨੇ, ਪਿੰਗਲ ਪਰਬਤ ਪਾਰ ਪਰੇ ਖਲ ਚਤੁਰ ਬਕੀਤਾ, ਅੰਧਲੇ ਤ੍ਰਿਭਵਨ ਸੂਜਿਆ ਗੁਰ ਭੇਟ ਪੁਨੀਤਾ। ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ, ਮੈਲ ਖੋਈ ਕੋਟ ਅਗ ਹਰੇ, ਨਿਰਮਲ ਭਏ ਚੀਤਾ। ਪਿੰਗਲ ਪਰਬਤ ਪਾਰ ਪਰੇ। ਕੋਈ ਸੋਚ ਸਕਦਾ ਹੈ ਕਿ ਕੋਈ ਪਿੰਗਲਾ ਵੀ ਪਹਾੜਾਂ ਤੇ ਚੜ ਸਕਦਾ ਹੈ? ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਚੜ ਸਕਦਾ ਹੈ। ਦੇਖੋ ਮੈਥ ਵਿੱਚ ਮੈਂ ਅਕਸਰ ਬੇਨਤੀ ਕਰਨਾ ਦੀਵਾਨਾਂ ਦੇ ਵਿੱਚ, 2 ਦੂਣੀ 4 ਹੁੰਦਾ ਹੈ, 5 ਨਹੀਂ ਹੁੰਦਾ।
ਪਰ ਗੁਰਬਾਣੀ 2 ਦੂਣੀ 5 ਵੀ ਕਰ ਦਿੰਦੀ ਜੇ। ਭਾਵ ਕਿ ਅਸੰਭਵ ਗੱਲ ਨੂੰ ਵੀ ਸੰਭਵ ਕਰ ਸਕਦੀ ਹੈ। ਤੁਸੀਂ ਆਪਣੀ ਬਿਰਤੀ ਲੈ ਜਾਓ ਪੰਜੋਖੜਾ ਸਾਹਿਬ, ਕੀ ਹੈ, ਕਿੰਨੀ ਕੁ ਆਯੂ ਸੀ ਮਹਾਰਾਜ ਦੀ? ਜੇ ਦੁਨਿਆਵੀ ਆਯੂ ਦੇਖੀਏ 5 ਸਾਲ। ਤੇ ਉਹ ਛੱਜੂ ਝੀਵਰ ਜਿਹੜਾ ਮੁਖ ਤੋਂ ਬੋਲਾ, ਕੰਨ ਤੋਂ, ਮੁਖ ਤੋਂ ਗੂੰਗਾ, ਕੰਨ ਤੋਂ ਬੋਲਾ, ਜਿਹਨੂੰ ਬਚਪਨ ਤੋਂ ਹੀ ਗੂੰਗਾ ਹੋਵੇ, ਜਿਹਨੂੰ ਡਾਕਟਰ ਵੀ ਜਵਾਬ ਦੇ ਦਿੱਤੇ ਜਾਣ, ਪਰ ਗੁਰੂ ਜਦੋਂ ਪਿਆਰ ਵਾਲੀ ਛੜੀ ਰੱਖਦਾ ਨਾ ਤੇ 2 ਦੂਣੀ 5 ਵੀ ਹੋ ਜਾਂਦਾ ਹੈ। ਜਿਹੜੀ ਚੀਜ਼ ਡਾਕਟਰਾਂ ਦੇ ਡਾਕਟਰੀ ਦੀ ਉਹਨਾਂ ਦੀ ਪੜ੍ਹਾਈ ਤੋਂ ਵੀ ਪਰੇ ਹੋਵੇ, ਚੀਜ਼ ਡਾਕਟਰ ਵੀ ਹੱਥ ਖੜੇ ਕਰ ਦੇਣ, ਤੇ ਅਗਲੀ ਪੰਕਤੀ ਇਹ ਆਉਂਦੀ ਹੈ, ਸਤਿਗੁਰ ਪੂਰਾ ਵੈਦ ਹੈ, ਪੰਜੇ ਰੋਗ ਅਸਾਧ ਨਿਵਾਰੇ। ਜਿਹੜੇ ਨਾ ਸਾਧਨ ਵਾਲੇ, ਨਾ ਠੀਕ ਹੋਣ ਵਾਲੇ ਰੋਗ, ਕਦੀ ਗੁਰੂ ਕੋਲ ਆਓ ਨਾ, ਇਹ ਨਾ ਸੋਚਣਾ ਮੇਰੀ ਜਿਹੜੀ ਅੰਦਰ ਦੀ ਬਿਮਾਰੀ ਹੈ ਨਾ ਉਹ ਗੁਰੂ ਕੋਲ ਠੀਕ ਨਹੀਂ ਹੋਣੀ, ਇਹ ਮਨ 'ਚ ਕਦੀ ਵੀ ਨਾ ਲੈ ਕੇ ਜਾਣਾ। ਇਹ ਬਚਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜ਼ਰੂਰ ਯਾਦ ਕਰ ਲਿਆ ਕਰੋ। ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿਠੇ ਸਭ ਦੁੱਖ ਜਾਏ। ਵਾਹ, ਮਹਾਰਾਜ ਨੇ ਗੱਲ ਹੀ ਮੁਕਾ ਦਿੱਤੀ। ਕਹਿੰਦੇ ਨੇ ਸਾਰੇ ਤੇਰੇ ਦੁੱਖ। ਦੇਖੋ, ਕੱਲ ਸੀ ਟੀਚਰ ਡੇ, ਦੁਨੀਆ ਭਰ ਵਿੱਚ ਲੋਕਾਂ ਨੇ ਟੀਚਰ ਡੇ ਮਨਾਇਆ। ਟੀਚਰ 1-2 ਸਬਜੈਕਟ ਦਾ ਹੋ ਸਕਦਾ ਹੈ, 4 ਦਾ ਹੋ ਸਕਦਾ ਹੈ, ਉਹ ਦੁਨਿਆਵੀ ਪੜ੍ਹਾਈ ਦਾ ਸਬਜੈਕਟ ਹੋ ਸਕਦਾ ਹੈ ਉਹਦੇ ਕੋਲ ਬਸ। ਪਰ ਜਿਹੜੇ ਸਾਡੇ ਕੋਲ ਟੀਚਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਉਹ ਵਜ੍ਹਾ ਟੀਚਰ ਕੋਈ ਤੁਹਾਨੂੰ ਪੂਰੇ ਵਰਲਡ ਵਿੱਚ ਨਹੀਂ ਮਿਲੇਗਾ। ਮੈਂ ਕਈ ਵਾਰੀ ਕਹਿੰਦਾ, ਦਾ ਬੈਸਟ ਟੀਚਰ ਆਫ ਦਾ ਵਰਲਡ, ਉਹ ਬੈਸਟ ਟੀਚਰ ਨੇ। ਉਹ ਤੁਹਾਡੀ ਸਮਾਜਿਕ ਵੀ ਪਰੇਸ਼ਾਨੀਆਂ ਨੂੰ, ਆਰਥਿਕ ਵੀ, ਤੇ ਉਹ ਤੁਹਾਡੀਆਂ ਰਾਜਨੀਤਿਕ ਵੀ, ਤੇ ਰੂਹਾਨਤ ਦੀਆਂ ਅਧਿਆਤਮਕ ਪਰੇਸ਼ਾਨੀਆਂ ਨੂੰ ਵੀ ਉਹ ਤੁਹਾਨੂੰ ਟੀਚ ਕਰਦਾ ਹੈ, ਪੜ੍ਹਾਉਂਦਾ ਹੈ। ਦੇਖੋ, ਮਹਾਰਾਜ ਕਹਿੰਦੇ ਨੇ ਪੰਜੇ ਰੋਗ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਸਾਰਿਆਂ ਨੂੰ ਚਿੰਬੜੇ ਨੇ। ਰੋਜ਼ ਮਹਾਰਾਜ ਅਰਦਾਸ ਵਿੱਚ ਕਹੀਦਾ, ਕਾਮ, ਕ੍ਰੋਧ, ਲੋਭ, ਝੂਠ, ਨਿੰਦਾ, ਇਨ ਤੇ ਆਪ ਛਡਾਵੋ, ਇਹ ਭੀਤਰ ਤੇ ਇਨਕੋ ਡਾਰੋ, ਆਪਨ ਨਿਕਟ ਬੁਲਾਵੋ, ਆਪਣੀ ਵਿਦ ਆਪ ਜਨਾਵੋ, ਹਰ ਜਨ ਮੰਗਲ ਗਾਵੋ। ਰੋਜ਼ ਕਹੀਦਾ ਨਾ ਬਈ ਇਨ ਤੇ ਛੁਟਕਾਰਾ ਪਾਓ। ਕਿਸੇ ਤਰੀਕੇ ਮਹਾਰਾਜ ਪੰਚ ਬਿਖਾਦੀ ਏਕ ਗਰੀਬਾ ਰਾਖੋ ਰੱਖਣ ਹਾਰੇ। ਦੇਖੋ, ਡਾਕਟਰ ਜਿਹੜੇ ਹੁੰਦੇ ਨਾ, ਕਿਸੇ ਡਾਕਟਰ ਕੋਲ ਜਾਓ, ਕੋ ਮੈਨੂੰ ਅਹੰਕਾਰ ਦਾ ਰੋਗ ਲੱਗਿਆ ਤੇ ਮੈਨੂੰ ਦੱਸੋ ਕਿਸ ਤਰ੍ਹਾਂ ਠੀਕ ਹੋਏਗਾ, ਕੋਈ ਸਕੈਨ ਕਰ ਦਿਓ। ਜਾਂ ਮੈਨੂੰ ਲੋਭ ਦਾ ਰੋਗ ਲੱਗਿਆ, ਕੋਈ ਤੁਹਾਡੇ ਕੋਲ ਐਸੀ ਦਵਾਈ, ਟੈਬਲੇਟ, ਕੋਈ ਐਸਾ ਇੰਜੈਕਸ਼ਨ ਹੈ ਜਿਹਦੇ ਨਾਲ ਮੇਰੇ ਅੰਦਰ ਲੋਭ ਨਾ ਆਵੇ, ਮੇਰੇ ਅੰਦਰ ਹੰਕਾਰ ਨਾ ਆਵੇ। ਜਾਂ ਕੋਈ ਵੀ ਤੁਸੀਂ ਸੰਸਾਰ ਵਿੱਚ ਦੇਖੋ, ਜਾ ਕੇ ਬਾਹਰ ਜਾ ਕੇ ਵੱਡੇ ਵੱਡੇ ਹਸਪੀਟਲ ਹੋਣਗੇ, ਡਾਕਟਰ ਹੋਣਗੇ, ਕੋਈ ਹੱਡੀਆਂ ਦਾ ਡਾਕਟਰ, ਕੋਈ ਹਾਰਟ ਦਾ, ਕੋਈ ENT ਸਪੈਸ਼ਲ, ਬੜੇ ਡਾਕਟਰ ਹੋਣਗੇ। ਪਰ ਕਿਸੇ ਨੂੰ ਜਾ ਕੇ ਕਹੋ ਮੈਨੂੰ ਮਾਇਆ ਦਾ ਲੋਭ ਲੱਗਿਆ ਹੈ, ਇਹ ਕੋਈ ਸਕੈਨ ਵਿੱਚ ਆ ਜਾਏਗਾ? ਮੇਰੇ ਸਿਰ ਤੇ ਹੰਕਾਰ ਚੜਿਆ ਰਹਿੰਦਾ ਹੈ, ਹਰ ਵੇਲੇ ਮੈਨੂੰ ਕ੍ਰੋਧ ਆਇਆ ਰਹਿੰਦਾ ਹੈ, ਇਹ ਕੋਈ ਸਕੈਨ ਦੇ ਨਾਲ ਕੋਈ ਐਸੀ ਦਵਾ ਹੈ ਜਿਹਦੇ ਨਾਲ ਮੈਨੂੰ ਇਹ ਮਾਇਆ ਦੇ ਲੋਭ ਤੋਂ ਮੈਂ ਪਰੇ ਹੋ ਜਾ? ਤੇ ਡਾਕਟਰ ਕਹੇਗਾ, ਭਾਈ ਤੂੰ ਕੀ ਕਹਿਣਾ ਪਿਆ, ਇਸ ਲੋਭ ਦੀ ਬਿਮਾਰੀ ਦਾ ਸ਼ਿਕਾਰ ਤੇ ਮੈਂ ਵੀ ਹੋਇਆ ਪਿਆ ਵਾਂ। ਮੈਂ ਵੀ ਕਈਆਂ ਦੀਆਂ ਭਰੂਣ ਹੱਤਿਆ ਕੀਤੀਆਂ ਨੇ, ਮੈਂ ਵੀ ਕਈਆਂ ਦੇ ਕਿਡਨੀਆਂ ਕੱਢ ਕੇ, ਤੇ ਮੈਂ ਵੀ ਲੋਭ ਦਾ ਸ਼ਿਕਾਰ ਤੇ ਮੈਂ ਵਾਂ, ਮੈਂ ਤੈਨੂੰ ਕੀ ਇਲਾਜ ਕਰਾਂ? ਪਰ ਜਦੋਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਚਰਨੀ ਲੱਗੀਦਾ, ਮਹਾਰਾਜ ਕਹਿੰਦੇ ਨੇ, ਆ ਸਿੱਖਾ, ਗੁਰ ਪੂਰਾ ਵੈਦ ਹੈ, ਪੰਜੇ ਰੋਗ ਅਸਾਧ ਨਿਵਾਰੇ। ਜਿਹੜੇ ਨਾ ਸਾਧੇ ਜਾਣ ਵਾਲੇ, ਨਾ ਠੀਕ ਹੋਣ ਵਾਲੇ ਰੋਗ, ਮੈਂ ਕਹਿੰਦਾ ਸਾਡਾ ਟੀਚਰ ਹੀ ਐਸਾ ਹੈ। ਉਹ ਕਹਿੰਦਾ, ਤੂੰ ਮੇਰੇ ਕੋਲ ਆ ਜਾਓ,
ਤੁਹਾਡੇ ਜਿਹੜੇ ਰੋਗ ਦੁਨੀਆ ਦੇ ਵਿੱਚ ਠੀਕ ਨਾ ਹੋਣ ਨਾ, ਉਹ ਇੱਥੋਂ ਠੀਕ ਹੋ ਜਾਣਗੇ। ਇੰਨੀ ਗਰੰਟੀ ਕੌਣ ਦਿੰਦਾ ਹੈ? ਇਹ ਮੇਰਾ ਗੁਰੂ ਪਾਤਸ਼ਾਹ ਹੀ ਦਿੰਦਾ ਹੈ, ਕਿਉਂਕਿ ਉਹਦੇ ਘਰ ਸਭ ਕੁਝ ਹੈ। ਘਰ ਤਾਂ ਤੇਰੇ ਸਭ ਕੁਝ ਹੈ, ਜਿਸ ਦੇਹ ਸੋ ਪਾਵੇ। ਤੇ ਉਹ ਜਿਹੜਾ ਬੋਲਾ ਸੀ, ਮੁਖ ਤੋਂ ਗੂੰਗਾ ਸੀ, ਬੋਲ ਨਹੀਂ ਸਕਦਾ ਸੀ। ਮਹਾਰਾਜ ਨੇ ਆਪਣੀ ਪਿਆਰ ਭੜੀ ਇੱਕ ਜਿਸ ਤਰ੍ਹਾਂ ਕਿਰਪਾ ਵਾਲੀ ਛੜੀ ਜਦ ਉਸ ਛੱਜੂ ਝੀਵਰ ਤੇ ਰੱਖੀ ਤੇ ਉਹ ਗੀਤਾ ਦੇ ਅਰਥ ਕਰਨ ਲੱਗ ਪਿਆ, ਇੱਕ ਬਖਤਾ ਬਣ ਗਿਆ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤੀਆਂ ਗੁਣ ਦੇ। ਗੁਰੂ ਚਾਵੇ ਤੇ ਸਾਧ ਸੰਗਤ ਸਭ ਕੁਝ ਕਰ ਸਕਦਾ ਹੈ। ਕਦੀ ਨਾ ਕਿਹਾ ਕਰੋ ਮੇਰੇ ਕਰਮਾਂ ਦੇ ਵਿੱਚ ਭੈੜ ਲਿਖਿਆ ਹੋਇਆ ਹੈ, ਦੁੱਖ ਭੋਗਣੇ ਲਿਖੇ ਨੇ। ਇਹਦਾ ਮਤਲਬ ਦੁੱਖ ਵੱਡੇ, ਕਰਮ ਵੱਡੇ ਹੋ ਗਏ ਤੇ ਬਖਸ਼ਿਸ਼ ਛੋਟੀ ਹੋ ਗਈ। ਫਿਰ ਧਿਆਨ ਦੇਣਾ, ਗੁਰੂ ਘਰ ਦੇ ਵਿੱਚ ਆ ਕੇ ਕਦੀ ਵੀ ਨਾ ਕਿਹਾ ਕਰੋ ਮੇਰੇ ਦੁੱਖ, ਮੈਂ ਸਾਰੀ ਉਮਰ ਦੁੱਖ ਭੋਗ ਰਿਹਾ ਵਾਂ, ਮੇਰੇ ਦੁੱਖ ਕੱਟੇ ਨਹੀਂ ਜਾ ਸਕਦੇ, ਮੇਰੇ ਕਰਮਾਂ ਵਿੱਚ ਹੀ ਐਸਾ ਲਿਖਿਆ ਹੈ। ਨਹੀਂ ਭਾਈ, ਗੁਰੂ ਦੀ ਬਖਸ਼ਿਸ਼ ਕਰਮਾਂ ਤੋਂ ਵੱਡੀ ਹੈ। ਸਾਡੇ ਕਰਮ ਭਾਵੇਂ ਜਿਤਨੇ ਮਰਜ਼ੀ ਮਾੜੇ ਹੋਣ, ਪਰ ਜਦੋਂ ਅਸੀਂ ਗੁਰੂ ਦੀ ਸ਼ਰਨ ਵਿੱਚ ਆ ਕੇ ਢਹਿ ਪਵਾਂਗੇ ਨਾ, ਇੱਕ ਅਰਦਾਸ ਕਰਾਂਗੇ, ਮੇਲ ਲਿਓ ਦਿਆਲ, ਢਹਿ ਭਏ ਦੁਆਰਿਆ, ਰੱਖ ਲੇਵੋ ਦੀਨ ਦਿਆਲ, ਭਰਮਤ ਬੋਹਾਰਿਆ। ਮੈਂ ਬੜਿਆਂ ਕੋਲੋਂ ਹਾਰ ਕੇ, ਮੈਂ ਚਾਰੇ ਕੁੰਡਾਂ ਭਾਲੀਆਂ, ਤੁਧ ਜੇਵੜ ਨਾ ਸਾਈਆਂ। ਮੈਂ ਦੱਸਿਓ ਮਾਰਗ ਸੰਤੋ, ਕਿਉਂ ਪ੍ਰਭੂ ਮਿਲਾਈਆਂ। ਤੁਸੀਂ ਗੁਰੂ ਕੋਲ ਇਸ ਰੂਪ ਵਿੱਚ ਆਓ ਕਿ ਗੁਰੂ ਅੱਜ ਮੈਂ ਤੇਰੇ ਕੋਲ ਦੁੱਖਾਂ ਦੀ ਪੰਡ ਲੈ ਕੇ ਆਇਆ। ਮੈਨੂੰ ਪਤਾ ਹੈ ਸੰਸਾਰ ਦੇ ਵਿੱਚ ਫਲੋਰਾਂਗਾ ਤੇ ਮੈਨੂੰ ਹੱਸੀ ਔਰ ਲੋਕਾਂ ਨੇ ਮੇਰਾ ਮਜ਼ਾਕ ਉਡਾਉਣਾ ਹੈ ਔਰ ਉਹਨਾਂ ਨੇ ਦੁੱਖ ਵੀ ਨਿਵਰਤ ਨਹੀਂ ਕਰਨਾ। ਪਰ ਅੱਜ ਮੈਂ ਗੁਰੂ ਹਰਕ੍ਰਿਸ਼ਨ ਪਾਤਸ਼ਾਹ, ਅੱਜ ਮੈਂ ਛੱਜੂ ਝੀਵਰ ਬਣ ਕੇ ਤੇਰੇ ਦੁਆਰੇ ਆਇਆ ਵਾਂ। ਜਿਸ ਤਰ੍ਹਾਂ ਤੂੰ ਕਿਰਪਾ ਦੀ ਛੜੀ ਉਹਦੇ ਉੱਤੇ ਰੱਖੀ ਸੀ ਨਾ, ਅੱਜ ਮੈਂ ਵੀ ਤੇਰੇ ਕੋਲੋਂ ਉਹ ਕਿਰਪਾ ਦੀ ਛੜੀ ਆਪਣੇ ਸਿਰ ਤੇ ਰਖਵਾਉਣ ਆਇਆ। ਕਦੀ ਐਕਸੈਪਟ ਤੇ ਕਰੀਏ। ਅਸੀਂ ਪਹਿਲਾਂ ਹੀ ਹੰਕਾਰ ਗੁਰੂ ਕੋਲ ਲੈ ਕੇ ਆਨੇ ਆ। ਦੇਖੋ, ਗੁਰੂ ਸਾਡੀ ਬਹੁੜੀ ਕਰੇਗਾ। ਮੈਂ ਕਹਿੰਦਾ ਸਾਡਾ ਟੀਚਰ ਹੈ। ਜੇ ਟੀਚਰ ਤੇ ਵਿਸ਼ਵਾਸ ਰੱਖੋ ਤੇ ਇਹ ਬਾਣੀ ਵਿਸ਼ਵਾਸੀ ਤੇ ਦੁਲਾਰੀ ਹੈ। ਇੱਕ ਇੱਕ ਬਾਣੀ ਦਾ ਅੱਖਰ ਆਦਿ ਕਾਲ ਸਤ ਹੈ। ਇਹ ਬਾਣੀ ਕੋਈ ਕਾਲਪਨਿਕ ਨਹੀਂ ਹੈ, ਕਿਸੇ ਮਨੁੱਖ ਦੇ ਹਿਰਦੇ ਵਿੱਚੋਂ ਨਹੀਂ ਆਈ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ, ਹੋ ਆਪੋ ਬੋਲ ਨਾ ਜਾਣਦਾ, ਮੈਂ ਕਿਹਾ ਸਭ ਹੁਕਮਾਓ ਜੀਓ। ਮੈਂ ਨਹੀਂ ਬੋਲ ਰਿਹਾ। ਜਦੋਂ ਤੰਦਾਂ ਛੇੜਦੇ ਸੀ ਨਾ ਰਬਾਬ ਭਾਈ ਮਰਦਾਨਾ, ਤੇ ਮਹਾਰਾਜ ਇਹੀ ਕਹਿੰਦੇ ਸਨ, ਹੋ ਆਪੋ ਬੋਲ ਨਾ ਜਾਣਦਾ, ਮੈਂ ਕੱਢ ਦਿੱਤੀ। ਮੈਂ ਕਿਹਾ ਸਭ ਹੁਕਮਾਓ ਜੀਓ। ਜੋ ਕੁਝ ਕਹਿ ਰਿਹਾ ਪਰਮਾਤਮਾ ਦੇ ਹੁਕਮ ਵਿੱਚ ਕਹਿ ਰਿਹਾ। ਦੇਖੋ, ਤੇ ਇਹ ਬਾਣੀ ਧੁਰੋਂ ਆਈ ਹੈ। ਇਹ ਸਾਡੇ ਸਾਰੇ ਰੋਗ ਨਿਵਰਤ ਕਰੇਗੀ। ਜੇ ਸਾਡੇ ਕੋਲ, ਮੈਂ ਕਹਿੰਦਾ ਕਦੀ ਨਾ ਕਿਹਾ ਕਰੋ ਮੇਰੇ ਕੋਲ ਇਹ ਗੁਣ ਨਹੀਂ ਹੈ। ਗੁਣ ਪਰਮਾਤਮਾ ਦੇ ਕੋਲ ਨੇ, ਸਾਨੂੰ ਮੰਗਣ ਦੀ ਜਾਚ ਨਹੀਂ ਹੈ। ਦੇਖੋ, ਅਗਰ ਕਿਸੇ ਭਾਂਡੇ 'ਚ ਵਸਤੂ ਪਾਣੀ ਹੈ ਨਾ, ਤੇ ਪਹਿਲਾਂ ਜਿਸ ਭਾਂਡੇ 'ਚ ਵਸਤੂ ਉਹਨੂੰ ਖਾਲੀ ਕਰਨੀ ਪਏਗੀ। ਜੇ ਭਾਂਡਾ ਸਾਡਾ ਪਹਿਲਾਂ ਹੀ ਲੱਭ, ਲੋਭ, ਮੋਹ, ਹੰਕਾਰ, ਕ੍ਰੋਧ ਦੇ ਨਾਲ ਭਰਿਆ ਪਿਆ ਹੈ, ਉਸ ਭਾਂਡੇ ਵਿੱਚ ਵਸਤੂ ਕਿਵੇਂ ਪਏਗੀ? ਤਾਂ ਗੁਰੂ ਸਾਹਿਬ ਕਹਿੰਦੇ ਭਾਂਡਾ ਖਾਲੀ ਕਰਕੇ ਆ। ਮੈਨੂੰ ਇੱਕ ਗੱਲ ਯਾਦ ਆਈ ਹੈ। ਗੁਰੂ ਅਮਰਦਾਸ ਪਾਤਸ਼ਾਹ, ਦੇਖੋ ਮੈਂ ਅਕਸਰ ਬੇਨਤੀ ਕਰਨਾ, ਧਿਆਨ ਨਾਲ ਸੁਣਨਾ। ਅਸੀਂ ਉਹੀ ਸਾਖੀ ਲਾਈਏ ਜਿਹੜੀ ਪ੍ਰਮਾਣਿਤ ਨੇ। ਬੜੇ ਧਿਆਨ ਨਾਲ ਗੱਲ ਨੂੰ ਸੁਣਨਾ। ਉਹੀ ਦਿਹਾੜੇ ਮਨਾਈਏ ਜਿਹੜੇ ਅਕਾਲ ਤਖਤ ਤੋਂ ਪ੍ਰਮਾਣਿਤ ਦਿਹਾੜੇ ਨੇ। ਸਾਰੇ ਨੇ, ਜਿਹੜੇ ਜਿਹੜੇ ਦਿਹਾੜੇ ਪ੍ਰਮਾਣਿਤ ਨੇ, ਜਿਹਨੂੰ ਅਕਾਲ ਤਖਤ, ਜਿਹਨੂੰ ਸਪੋਰਟ, ਕਿਉਂਕਿ ਸਾਡਾ ਝੰਡਾ ਕੀ ਹੈ? ਅਕਾਲ ਤਖਤ। ਜੋ ਅਕਾਲ ਤਖਤ ਤੋਂ ਹੁਕਮ ਹੋਣਾ ਹੈ
ਉੱਥੇ ਹਰਗੋਬਿੰਦ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਬੈਠੇ ਨੇ। ਇਹ ਨਾ ਸੋਚੋ ਹਰਪ੍ਰੀਤ ਸਿੰਘ ਜੀ ਬੈਠੇ ਨੇ ਜਾਂ ਫਲਾਣਾ ਬੈਠਾ, ਨਹੀਂ। ਔਰ ਜੋ ਅਕਾਲ ਤਖਤ ਦੀ ਮਰਿਆਦਾ ਹੈ, ਜਿਹੜੇ ਜਿਹੜੇ ਸਾਨੂੰ ਇਤਿਹਾਸਿਕ ਗੁਰਪੁਰਬ ਮਨਾਉਣ ਵਾਸਤੇ ਜਿਹੜੀਆਂ ਜਿਹੜੀਆਂ ਪ੍ਰਮਾਣਿਤ ਦਿਨ ਸਾਨੂੰ ਦੱਸੇ ਨੇ, ਅਸੀਂ ਉਹਦੇ ਅਕੋਰਡਿੰਗ ਮਨਾਉਣੇ ਨੇ। ਤੇ ਜੇ ਅਕਾਲ ਤਖਤ ਤੋਂ ਪਾਰ ਅਸੀਂ ਜਾਵਾਂਗੇ ਤੇ ਅਸੀਂ ਗੁਰੂ ਦੇ ਸਿੱਖ ਨਹੀਂ ਕਹਾਵਾਂਗੇ। ਮੇਰੀ ਗੱਲ ਨੂੰ ਗੁੱਸਾ ਨਾ ਕਰਨਾ, ਪ੍ਰਮਾਣਿਤ ਦਿਹਾੜੇ ਮਨਾਈਏ। ਅੱਜ ਅਮਰਦਾਸ ਜੀ ਬੈਠੇ ਨੇ ਤੇ ਡੇਟ ਆ ਗਈ ਲਾਹੌਰ ਕੋਰਟ ਦੇ ਵਿੱਚ। ਦੇਖੋ ਧਿਆਨ ਦੇਣਾ, ਕੋਈ ਕੇਸ ਸੀ ਮੁਗਲਾਂ ਵੱਲੋਂ ਪਿਆ ਹੋਇਆ ਸੀ, ਤੁਰਕਾਂ ਵੱਲੋਂ, ਤੇ ਅਮਰਦਾਸ ਪਾਤਸ਼ਾਹ ਭਾਈ ਜੇਠਾ ਜੀ ਨੂੰ ਕਹਿੰਦੇ ਨੇ, ਭਾਈ ਜੇਠਿਆ ਰਜੇਵਾਂ ਬਹੁਤ ਹੈ ਮੇਰੇ ਕੋਲ, ਤੇ ਇਸ ਤਰ੍ਹਾਂ ਕਰ, ਤੂੰ ਸਾਡੀ ਜਗ੍ਹਾ ਜਾ ਕੇ ਨਾ ਕੋਰਟ ਦੇ ਵਿੱਚ ਹਾਜ਼ਰੀ ਲਾਇਆ। ਭਾਈ ਜੇਠਾ ਹੱਥ ਜੁੜ ਗਏ, ਮਹਾਰਾਜ ਮੈਂ ਕਿੱਥੋਂ ਜਾਵਾਂਗਾ, ਮੈਂ ਤੇ ਸਕੂਲ ਹੀ ਨਹੀਂ ਪੜ੍ਹਿਆ ਅੱਜ ਤੱਕ, ਤੇ ਤੁਸੀਂ ਮੈਨੂੰ ਕਹਿ ਰਹੇ ਹੋ ਜੱਜ ਦੇ ਸਾਹਮਣੇ ਪੇਸ਼ ਹੋ ਕੇ, ਤੇ ਜੱਜ ਨੇ ਸਵਾਲ ਪੁੱਛ ਲਿਆ ਤੇ ਮੈਂ ਤੇ ਬੋਲ ਹੀ ਨਹੀਂ ਪਾਵਾਂਗਾ। ਧਿਆਨ ਦੇਣਾ ਕਿੰਨੀ ਵੱਡੀ ਗੱਲ ਹੈ ਇਹ। ਹੁਣ ਗੁਰੂ ਦੀ ਰਹਿਮਤ ਸੁਣੋ ਕਿੰਨੀ ਵੱਡੀ ਹੈ, ਗੁਰੂ ਦੇ ਉੱਤੇ ਭਰੋਸਾ ਰੱਖੋ। ਭਾਈ ਜੇਠਾ ਜੀ ਅਨਪੜ੍ਹ ਸਮਝ ਲਓ, ਮੈਂ ਅੱਖਰ ਯੂਜ਼ ਕਰ ਰਿਹਾ, ਅਨਪੜ੍ਹ ਤਾਂ ਕਹਿ ਰਿਹਾ ਕੋਈ ਦੁਨਿਆਵੀ ਪੜ੍ਹਾਈ ਨਹੀਂ ਕੀਤੀ। ਮਹਾਰਾਜ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ, ਭਾਈ ਜੇਠਿਆ ਤੂੰ ਜਾ ਲਾਹੌਰ ਕੋਰਟ ਦੇ ਵਿੱਚ, ਤੂੰ ਖੜਾ ਹੋਏਗਾ ਨਾ, ਤੇਰੀ ਰਸਨਾ ਤੇ ਗੁਰੂ ਨਾਨਕ ਬੈਠੇਗਾ। ਕਿੰਨੀ ਵੱਡੀ ਗੱਲ ਹੈ। 7 ਬਚਨ ਕਹਿ ਦਿੱਤਾ, ਕਿੰਤੂ ਪਰੰਤੂ ਨਹੀਂ। ਚਲੇ ਗਏ, ਲਾਹੌਰ ਪਹੁੰਚੇ, ਡੇਟ ਸੀ, ਤੇ ਜਿਉਂ ਹੀ ਅਰਦਾਸ ਕਰਕੇ ਕੋਰਟ ਦੇ ਵਿੱਚ ਪੇਸ਼ ਹੋਏ, ਸਵਾਲ ਜਵਾਬ ਹੋਏ, ਪਰ ਰਸਨਾ ਤੇ ਗੁਰੂ ਨਾਨਕ ਬੈਠ ਗਏ। ਅੰਦਲੇ ਤ੍ਰੀ ਭਵਨ ਸੂਚਿਆ ਗੁਰ ਭੇਟ ਪੁਨੀਤਾ, ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ। ਮੈਲ ਕੋਈ ਕੋਟ ਅਗ ਹਰੇ ਸੁਣੋ ਨਿਰਮਲ ਭਏ ਚੀਤਾ। ਇੱਕ ਪਿੰਗਲਾ ਪਹਾੜਾਂ ਤੇ ਚੜ ਸਕਦਾ ਹੈ, ਇੱਕ ਮੂਰਖ ਬੰਦਾ ਵੀ, ਛੋਟੀ ਸੋਚ ਵਾਲਾ ਵੀ, ਅਨਪੜ੍ਹ ਵੀ, ਉਹ ਇੱਕ ਵਕਤਾ ਵੀ ਬਣ ਸਕਦਾ ਹੈ। ਜਦੋਂ ਮੈਂ ਬੋਲਣਾ, ਮੈਂ ਕਹਿੰਦਾ ਸਾਡੇ ਵਰਗੇ ਮੂਰਖਾਂ ਨੂੰ ਵੀ ਬੁਲਵਾ ਲੈਂਦਾ ਹੈ, ਤੇ ਇਹ ਗੁਰੂ ਨਾਨਕ ਦੀ ਕਿਰਪਾ ਨਹੀਂ ਹੋਈ ਤੇ ਕੀ ਹੋਇਆ। ਉਸ ਵੇਲੇ ਜਦ ਸਵਾਲ ਹੋਏ, ਜੱਜ ਨੇ ਸਵਾਲ ਕੀਤੇ ਤੇ ਭਾਈ ਜੇਠੇ ਨੇ ਉਹ ਜਵਾਬ ਦਿੱਤੇ, ਜੱਜ ਨੇ ਕੇਸ ਬਰੀ ਕਰ ਦਿੱਤਾ। ਕਿਉਂਕਿ ਰਸਨਾ ਤੇ ਕੌਣ ਸੀ? ਗੁਰੂ ਨਾਨਕ। ਜਦੋਂ ਅਸੀਂ ਕਥਾ ਵਿਚਾਰ ਕਰਨੇ ਆ ਨਾ, ਤੇ ਸਾਨੂੰ ਸੰਥਾ ਜਿੱਥੋਂ ਲਈ ਨਾ, ਉਹ ਕਹਿੰਦੇ ਨੇ ਤੁਸੀਂ 2-4 ਮਿੰਟ ਤੁਹਾਨੂੰ ਲੱਗੇਗਾ, ਜਦੋਂ ਤੁਸੀਂ ਬੋਲਣਾ ਸ਼ੁਰੂ ਕਰੋਗੇ ਨਾ, ਤੁਸੀਂ ਪਿੱਛੇ ਹਟ ਜਾਓਗੇ, ਤੁਹਾਡੀ ਰਸਨਾ ਤੇ ਗੁਰੂ ਨਾਨਕ ਬਹਿਣਾ ਸ਼ੁਰੂ ਹੋ ਜਾਏਗਾ। ਸ਼ੁਕਰ ਕੀਤਾ ਮਹਾਰਾਜ ਗੁਰੂ ਅਮਰਦਾਸ ਪਾਤਸ਼ਾਹ ਇਸ ਅਨਪੜ੍ਹ ਕੋਲੋਂ, ਜਿਹੜਾ ਸਕੂਲ ਨਹੀਂ ਗਿਆ, ਜੱਜ ਦੇ ਸਾਹਮਣੇ ਹੋ ਕੇ ਹਾਜ਼ਰ ਨਾਜ਼ਰ ਜਵਾਬ ਦੇ ਦਿੱਤੇ ਨੇ, ਵਾਪਸ ਆ ਰਹੇ ਨੇ। ਦੇਖੋ ਹੁਣ ਸਿੱਖ ਤੇ ਗੁਰੂ ਦਾ ਸੰਬੰਧ ਦੇਖੋ, ਇਹ ਪਿਆਰ, ਸ਼ਰਧਾ ਵੇਖੋ, ਭਾਵਨਾ ਵੇਖੋ। ਰਸਤੇ ਵਿੱਚ ਰੁਕੇ, ਅੰਬ ਵੇਖੇ, ਅੰਬ ਬੜੇ ਸੋਹਣੇ ਸਨ, ਪਰ ਉਹ ਥੋੜੇ ਜਿਹੇ ਪੋਲੇ ਸਨ। ਪਰ ਚਿੱਤ ਕਰੇ ਜੇ ਮੈਂ ਅੰਬ ਨਾ, ਇਹ ਅੰਬ ਮੈਂ ਗੁਰੂ ਅਮਰਦਾਸ ਪਾਤਸ਼ਾਹ ਕੋਲ ਲੈ ਕੇ ਜਾਵਾਂ ਤੇ ਕਿੰਨਾ ਹੀ ਚੰਗਾ ਹੋਵੇ। ਹੁੰਦਾ ਨਾ, ਘਰ ਹੀ ਕੋਈ ਚੀਜ਼ ਆਵੇ ਤੇ ਕੋਈ ਬੰਦਾ ਸੋਚਦਾ ਯਾਰ ਇਹ ਮੇਰੇ ਗੁਰੂ ਘਰ ਵਿੱਚ ਹੋਵੇ ਤੇ ਕਿੰਨੀ ਚੰਗੀ। ਤੇ ਜੇ ਹਾਜ਼ਰ ਨਾਜ਼ਰ ਗੁਰੂ ਸਾਹਿਬ ਦੇ ਵਿੱਚ ਨੇ, ਪਰ ਵੇਖਿਆ ਤੇ ਸਫ਼ਰ ਦੂਰ ਹੈ, ਕਹਿੰਦੇ ਜਾਂਦਿਆਂ ਤੱਕ ਤੇ ਇਹ ਖਰਾਬ ਹੋ ਜਾਣੇ ਨੇ। ਪਰ ਕਰ ਕੀ ਰਹੇ ਨੇ ਹੁਣ? ਅੰਬ ਲੈ ਕੇ ਚੂਪ ਰਹੇ ਨੇ, ਧਿਆਨ ਗੁਰੂ ਅਮਰਦਾਸ ਪਾਤਸ਼ਾਹ ਵੱਲ। ਤੇ ਗੁਰੂ ਅਮਰਦਾਸ ਪਾਤਸ਼ਾਹ ਉਸ ਤੇ ਬੈਠੇ ਸਿੰਘਾਸਨ ਤੇ, ਗੋਇੰਦਵਾਲ ਸਾਹਿਬ ਤੇ ਬੱਲੂ ਨੂੰ ਕਹਿੰਦੇ ਨੇ ਅੱਜ ਅੰਮਾਂ ਦਾ ਸਵਾਦ ਹੀ ਵੱਖਰਾ ਆ ਰਿਹਾ ਹੈ। ਮਹਾਰਾਜ ਇੱਥੇ ਤੇ ਕੋਈ ਅੰਬ ਹੈ ਹੀ ਨਹੀਂ। ਕਹਿੰਦੇ ਨੇ ਅੱਜ ਪਿਆਰ ਵਾਲੇ ਮੇਰੇ ਭਾਈ ਜੇਠਾ ਅੰਬ ਚੂਬ ਕੇ ਧਿਆਨ ਮੇਰੇ ਵੱਲ ਕਰ ਰਹੇ ਨੇ, ਤੇ ਉਹਦਾ ਰਸ ਦਾ ਸਵਾਦ ਮੇਰੇ ਵਿੱਚ ਆ ਰਿਹਾ ਹੈ। ਅੱਗੇ ਚੱਲੇ,
कुड़ता देखिया, बड़ा सोहना कुड़ता, दुकान ते रेट पुछया, महंगा सी, जेबे च हथ पाए तो माया इन्नी है नहीं सी। हुण चित करे जे ये वाला कुड़ता मेरे सच्चे पिता सतगुरु गुरु अमरदास पातशाह पालन तो कितनी वधिया गल होवे। पर माया जेब विच नहीं सी, वो कुड़ता वेख के ते महसूस कर रहे ने। ते इधर गुरु अमरदास पातशाह कहते ने बाहां उच्चियां करो, अज प्यार विच मनु भाई जेठा कुड़ता मनु पवा रहा है, इनू की कहोगे। सतगुर सिक्की करे प्रतपाल, सेवक को गुर सदा दयाल। ये गुरु ते सिख दा संबंध है जिन्हों लफ्जां विच नहीं कहा जा सकता। तुसी एक बारी गुरु नाल प्यार करो ना, चरण शरण गुर एक पैंडा जाए चल, सतगुर कोट पैंडा आगे होए। जे तुसी विकार भी कमा रहे हो ना, ते गुरु साहब का ध्यान भी आ गया तुहानू, ते गुरु साहब जिस तरह भाई जोगे ने कहा सी, मैं जो गुरु साहब की नाम है मारे, कहते जोगा, तो कहते ने फिर तू मेरे जोगा ते मैं तेरे जोगा। ते ओ कोठे ते एक वैश्या का डांस वेखण वास्ते राती वड़िया, ते महाराज आप दरबान चौकीदार बन के सारी रात उसनू अंदर नहीं आउण दिता। ते गुरु उत्थे भी बोड़ी करता है। ते सतगुरु अज ये सानू समझा रहे ने कि सतगुर गुणी निधान है, गुण कर बख्शे अवगणियारे। सतगुर पूरा वैद है, पंजे रोग साध निवारे। ये साडे जेड़े जन्मां दे 5 रोग लगे ने ना, काम क्रोध लोभ मोह हंकार दा, जेड़े ना ठीक होने वाले, किसी डॉक्टर कोल इहदा इलाज नहीं है। किसी कोल चले जाओ, मैं पहला गल कर रहा सी कि उन्होंने मनु काम दा रोग चमड़िया है, मनु क्रोध बड़ा आंदा है, वो कहेगा भाई ये तो ना स्कैन विच आना है तो ना यदी कोई दवाई बनी है। यदी दवाई तो सिर्फ पूरे सतगुरु कोल है, कच्चे कोल नहीं है। तो गुरु साहब फिर अगे कहते ने सुख सागर गुर देओ है। वो सुखां दा सागर है, समुंदर है। सुख दे मेले दुख यारे, वो दुख दूर करके ना सुख नाल मिला दिंदा है। ये गुरु दी किरपा होवे तां। गुर पूरा निर्वैर है, निंदक दोखी बेमुख तारे। मेरा गुरु है ना निर्वैर है। निर्वैर तो भाव कि किसी नाल वैर नहीं है। जिस तरह धोबी नूं कपड़े नाल वैर नहीं हुंदा, उहदे अंदर लगी जिहड़े मैल हुंदी है उहदे नाल वैर हुंदा है। वो कपड़ा ठोकदा है, वो कहंदा बई इन्नी जोर दी कपड़े मार रहे हैं, कहंदा मैं कपड़े नाल मेरा वैर नहीं, इहदे अंदर जिहड़ी मैल है ना उहदे नाल वैर है। गुरु साहब नूं किसे दे नाल वैर नहीं है। जे भाई कन्हैया दुश्मनां नूं पानी पिला रहा है ते सिखां दी शिकायत आण तो बावजूद भी गुरु साहब ने यह नहीं कहा कि भाई तू दुश्मनां नूं पानी पिला रहा है। क्यों? क्योंकि उहदी बिरती दे विच गुरु गोबिंद सिंह महाराज, उन्होंने हर जगह गुरु गोबिंद सिंह महाराज। मैं इतिहास पढ़ लो, गुरु अर्जन देव महाराज नूं तत्ती तवी ते किन्ने बिठाया? समय दा हाकम जहांगीर ने। उही जहांगीर दा पोता, शाहजहां दा पुत्तर दारा शिको, जिन्हों उहदे भरा औरंगजेब ने मुछ दा वाल खुआ, उहदी शेर दे मुछ दा वाल खुआ दिता। तो ऐसी पीड़ा सी, पेट दे विच सूल पिया, ठीक नहीं हो रहा सी, जिहदी दवाई कित्थे नहीं सी। पर हकीमां ने दस्या ये दवाई गुरु हरराय साहब दे दर तो मिलेगी। हरराय साहब कौन सन? गुरु अर्जन देव महाराज दे पुत्र, अगों पोतरे उन्हां दे। पता सी महाराज हरराय साहब नूं कि इन्हां दे दादे ने साडे परदादियां नूं तत्ती तवी ते बिठाया ते वो बदला लै सकदे सन। पर पंक्ति गुरु साहब जिहड़ी उचारदे ने उहदा अमल भी करदे ने। गुर पूरा निर्वैर है, निंदक दोखी बेमुख तारे।
जद उन्हां कोल रुका लैके आए, क्या कि दारा शिको मौत दे मूँह ते वे, ये हरड़ ते कुछ नाल समग्री जिहड़ी दवाई है तुहाडे दवाखाना विचों ते दे दो। महाराज ने 1 मिनट नहीं लाया, वो दवा दे दी। क्यों? क्योंकि सतगुर अंदरों निर्वैर है। वो अंदर दे विकार नाल गुरु साहब ओनू जिहड़ा अंदर विकार है महाराज वो नहीं पाउंदा। शरीर नाल किसे नाल वैर नहीं है, ते जे किसे दुश्मन नाल वैर नहीं है ते साडे नाल क्यों वैर करनगे? क्यों कहंदे हो कि मेरे नाल गुरु मारा करदा है? गुरु किसे नाल माड़ा नहीं करता। असी अपने कर्मा करके माड़े हाँ, असी कर्मा करके गुरु तो पिछे हाँ। किस कदी ना क्या करो मेरा मनु किसी ने कुछ कर दिता है, मेरा किसी ने काम रोकिया होया है, मेरा घर एवें एवें मनु किसी ने किया होया है, मेरे ते साड़ सती आई है। नहीं, जद भी वेख तेरे कर्मा करके दद्दा दोष ना देहू किसे, दोष कर्मा अपने आ। जो मैं किया सो मैं पाया, दोष ना दीजै अवरचना। मर कहते किसी होर नूं दोष ना दे, दोष तेरे कर्मा करके ने, तू कर्मा करके ही ये दुख भोग रहे हैं। पर एक गल याद रखी, जद पूरे सतगुरु की शरण विच आ जाएगा ना, 5 रोग असाध निवारे। बड़ियां नूं रोग चमड़े होंदे ने, कई हंकार दे रोग च सारी उम्र कढ़ दिंदे ने। देखो 2 तरह के जीवन जे, मैं अक्सर सोचना, मैं एक तत्त कढ़िया होया जिंदगी का कि असी सारे ना 2 तरह के जीवन बतीत कर रहे हैं। हुण तुसी चैक करना है वो तुसी किहड़ी कैटेगरी चो। मनु मेरा पता है, तुहानू पता होएगा। मैं अंतरजामी तो है नहीं कि तुहाडे अंदर दी पहचाना, तो तुसी मेरी नहीं जान सकते। बाहरला रूप मेरा भी चंगा हो सकता है, तुहाडा भी हो सकता है। हुण अंदरों की है मेरे, तुहाडे अंदरों की है, ये परमात्मा ते तुसी जानदे हो। 2 तरह के मैं अक्सर सोचना ये इस तरह के जीवन बतीत करते हैं। एक तो अहंकार विच ते एक गुरु के शब्द की आड़ विच। फिर ध्यान देना, बहुतात दुनिया, बहुतात लोग, बहुतात मनुख अहंकार विच जिंदे ने। बहुत चंद आदमी, बहुत चंद जिन्हों मारन में कोटन में नानक कहो नारायण जे चीत। हुणे सोदर पढ़ के आए हैं ना, जग में उत्तम काढ़िए विरले कई के। होर पढ़ लो, कोट मदे को विरला सेवक होर सगले व्यवहारी। कोई विरले ही नहीं जिहड़े शब्द की आड़ विच जींदे ने, और जिहड़े शब्द की आड़ विच जींदे ने उन्हां विच मैं नहीं हुंदी। वो जिहड़ी गल करनगे परमात्मा दी। कित्थे गए सी? परमात्मा दी कृपा दे नाल। कदों आए हो? परमात्मा दी कृपा। ये घर किहदा है? परमात्मा दी कृपा नाल ओहदा है। तुसी कौन हो? असी ओहदे बनाए हुए पुतलियां रह रहे हैं। वो तो सानू नचा रहे हैं, असी तो ना। बाजीगर डंक बजाई, सब खलक तमाशे लाई। वो तो डुमरू बजांदा है जिस तरह बाजीगर, ते एक स्वांग रचांदा है, असी नच रहे हैं। की होया? 2 तरह के लोग हो गए। एक कहता नहीं मैं मेरी मेहनत नाल घर बने है, मैं सारी उम्र गाल के 40 साल जॉब करके 40 साल कमा कमा के घर मैं बनाया है। मैं कई घरों दे विच लिखिया होंदा गुरु प्रसाद मोए मिलिया थां मैं शुक्र करना। मैं क्या शब्द की आड़ विच जी रहे हैं। कई इस हाल ही जिंदे ने, जे प्रसाद छती अमृत खाए, जे प्रसाद बसे सुख मंदर। कोई कपड़ा पाते ने, जे प्रसाद पाट पटंबर हंडावे। पर कई कहते नहीं ये मकान मैं बनाया है, एक धरती मैं बनाई है, एक घर मेरा है, ये मैं ना हुंदा ये कुछ ना हुंदा। जे रब तेरी कोई नस खिंच लैंदा तू की कर लैंदा। 2 तरह के बंदे हो गए, एक हंकार विच, एक शब्द की आड़ विच। जिहड़ा शब्द की आड़ विच जिंदा है वो हर चीज़ गुरु नूं पहल दिंदा है। देखो गुरु नानक पातशाह ना एक जगह ते गए,
जिस जगह का नाम सी तुहाडी रसना ते होना है करतारपुर, जिन्हों आम तौर पर असी ननकाना साहब कहने। फिर ध्यान देना, करतारपुर। जदों महाराज उत्थे पहुंचे ना उदासियां तो बाद, बड़ी वड्डी जगह सी, खेत सन, ते गुरु महाराज मरदाने नूं कहंदे ने ये 4-5 पेड़ लगे हुए ने बड़े सोहने सोहने, इत्थे बह के ना रब की इबादत करिए, उसकी बंदगी करिए, रबाब छेड़। देखो जदों महाराज ने कहा ना रबाब छेड़, उदों बाणी धुरों ही आती सी। फिर मैं बेनती करांगा अपने कोलों कोई बाणी ना जोड़ो, सतगुरु बिना होर कच्ची है बाणी। तुसी कदी भी पढ़ लो, महाराज ने हर जगह ते लिखा कहे नानक सदा गावो ये सच्ची बाणी, या गावो सच्ची बाणी। सच्ची बाणी की गल कहिए तो सच्ची बाणी गुरु नानक तो इलावा किसी ने नहीं रची। मन खिमा कर देना जेड़े गुरु ग्रंथ साहब विच जेड़े गुरु भगतां ने भट्टा ने लिखी है, उस तो इलावा बाहर ना जाइए। चलो रो विषय जद महाराज धुनी विच बैठे, महाराज दा कंठ भी ऐसा सी, पक्षी भी चहचहान तो चुप हो जाते सन, वो भी मगन होके सुनते सन। ते एक औरत रोज जाती, वेखदी 2 फकीर, 2 बड़े जलाल उन्हां दे रूप, इन्नी सोहनी मिठी कोई कलाम बाणी पढ़ रहे ने। रुक गई, बड़ा आनंद आया। दूजे दिन फिर, तीजे दिन फिर। वो सोचती है कई बारी यह भी होंदा है कि कोई पखंडी ना होण। देखो जिस तरह अज ने ना, अज तो बड़े ही ने, पहला भी होंदे सन। पहला भी धार्मिक लोग बन के जियों मैले बाहरों निर्मल होंदे सन, मूहों कुछ होर होंदे सन, बाहरों कुछ होर होंदे सन, अंदरों कुछ होर होंदे सन। ते गुरु साहब को जद सुनिया, कहंदी है मेरे को इतना कुछ है, सुख धन दौलत घर मकान सब कुछ है, पर इतनी सकून शांति कदी नहीं आई जो ये बाणी सुन के आई है। वो बह गई कोल, जदों बैठी ते मिठी बाणी, वाकई जिहड़ा बंदा बाणी दे विच रस जांदा है ना, सच्ची जाणिओ कदी सिमरन विच जुड़ जाओ ना तो उठन दा दिल ही नहीं करदा। क्यों? वो बाणी विच रस ही है। क्योंकि जदों तक ने ये रस छाड़े ओ रस आवा, ओ रस पीवा ये रस ना पावा। जद तक असी दुनिया दे रस नहीं छड्डांगे ना, तद तक वो रस नहीं आएगा। मनु खिमा कर देना, भावें मैं हो या तुसी हो। देखो या तो संसार की पकड़ छड़नी है, निरंकार की। संसार छड़ना नहीं है, पकड़ छड़नी है, तो निरंकार की पकड़ करनी है। महाराज कहते ये रस छाड़े, केड़े? दुनिया दे रस, सुख संपत माया रस मीठे, ये नहीं मन में धरनी। ये माया मोह के चक्कर विच असीं पे आ ना, ये रसां दे विच ही सानू गुरु दे नाम दा रस नहीं मिलता। ये रस छाड़े, जदों मैं दुनिया दे रसां नू छड़िया की होया? ये रस छाड़े ओ रस आवा, ओ रस मैनूं मिल गया। फिर ओ रस पिया, जदों मैं ओ पीता, ये रस ना भावा, मैनूं ना चंगा ही नहीं लगता। हुण तो मैं कहना जे माया घट भी है, जे कुछ दुनिया की परेशानियां भी ने, कोई गल नहीं, रस तो उत्थे पिया है। जो सुख को चाहे सदा शरण राम की ले, को नानक सुन रे मना दुर्लभ मानव दे। ते उन्हें रस इन्ना आन लग पिया, 2 दिन रोज दुध लैके आवे महाराज वास्ते, महाराज दुध छकन। एक दिन दूरों उहदे घर वाले ने देख लिया, उहदा नाम सी दोदा शाह। दोदा शाह ते दूरों उसने वेख्या कि मेरी घर वाली ये 2 फकीरां दे कोल बैठ के बड़ी मगन होई पई है। ये की गल है? गुरु नानक पातशाह अपनी धुनी दे विच लगे हैं।
ਉੱਥੇ ਜਾ ਕੇ ਫਿਰ ਕੋਲ ਆਇਆ, ਹੈ ਬੜਾ ਅੜੀਅਲ ਸੀ, ਅਹੰਕਾਰੀ ਸੀ, ਨਹੀਂ ਸਮਝ ਸੀ। ਮਹਾਰਾਜ ਕਹਿੰਦੇ ਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ। ਜਦ ਤੱਕ ਸਾਡੇ ਅੰਦਰ ਮੈਂ ਵੇ ਨਾ, तब तक तू नहीं आ सकती। जब हम होते तब तू ना आए, अब तू ही मैं ना आए। क्योंकि मैं ते नाम होमे नावे नाल विरोध है, दोए ना वसे इक ठाए। होमे विच सेवा ना होवे तां मन बिरथा जाए। जिथे मैं वे उत्थे नाम नहीं, जिथे नाम है उत्थे मैं नहीं। वड्डी गल है। वो आके कोल बैठ गया। महाराज नूं कहंदा ये दुध छको। दोदा शाह बड़ा हंकारी सी, हंकार सिर ते चढ़िया सी, डिग्री हंकार दी बड़ी सी। महाराज ने कहा दोदा शाह या एक गल दस, ये दुध किदा है? कहता साडा है, मैं लैके आया। मैं पहला क्या, दो तरह के बंदे ने, एक हंकारी, एक हंकार दे विच जीवन बतीत करते हैं, ते दूजे जिहड़े गुरमुख प्यारे ने वो शब्द की आड़ विच। साडे लफ्ज़ां विच भी फर्क होना चाहिए। कोई चीज़ मैं नहीं बनाई, उन्हें बनवाई है। कहंदा दुध मैं। महाराज कहंदे तेरा नहीं है भाई। कहंदा मैं अपनी मझ तो चो के लियाना वा, पट्ठे मैं पाना वा। महाराज कहंदे नहीं दुध तेरा नहीं। कहंदे महाराज मेरा है। महाराज कहंदे ने दुध करतार दा है, ये दुध करतार दा है। कहंदा महाराज करतार करतूर मैं नहीं जानदा, ये सारा दुध मेरी डेयरी विचों आया है, मैं चो के लियांदा वे, मैं पट्ठे पाना वा, ये सारियां मज्जां मेरियां ने। महाराज कहंदे ने इहदी मैं ना सिर ते चढ़ गई हुई है। देखो कई बारी की हुंदा है, किसी का हंकार तोड़ना होवे ना ते उहनूं ओहदी लैंगुएज विच जवाब देना पैंदा है। मैं कई बारी सोचना, जदों किसी जानवर नूं मारना हुंदा है ना, ध्यान देना, तो वो जानवर नूं उसे साइड भेजते हैं जिथे अगे जाके उन्होंने पकड़न का इंतजाम किया होंदा है। उहदा रस्ता ही इस हिसाब नाल बना देंदे ने। वो जानवर फिर उधर भजदा है, अगे जाके उन्हां दे शिकंजे विच आ जांदा है। ते गुरु नानक पातशाह भी कदी सवाल नहीं करते सन। जिहड़े भी हंकारी, लोभी, कामी जो भी होंदे सन, उन्हां नूं उस रस्ते विच ले जाके ते उन्हां नूं अगे जाके जिहड़े रस्ते विच लैके जाते सन, उन्हां दा रूप दिखा देंदे सन। उन्होंने जानवर फस गया। जदों महाराज ने कहा करतार, कहता केड़ा करतार? कहना मैं तो करतार नूं जानदा नहीं, किसी करतार दे नाम जगह नहीं। एक महाराज कहंदे खेत किदे ने सारे? कहंदे जिन्नी खेत देख रहे हो ना तुसी, ये सारे मेरे ने। वो महाराज कहंदे नहीं तेरे नहीं है भाई दोदा शाह। हंकार सी सिर ते चढ़िया। महाराज लै गए जानवर, जिस तरह जिधर जाना होंदा, जानवर नूं मारना होंदा, पकड़ना होंदा ना, उस राह ते लै जांदे ने। हुण आई जा रहा, पर हंकार बड़ा उच्चा है। महाराज कहंदे ने गल दस फिर दोदा शाह, तेरे तो पहला खेत किदे सन? ना महाराज मेरे पिता जी दे। महाराज कहंदे गल मुका, पिता जी तो पहला किदे सन? कहंदे मेरे दादा जी दे। उस तो पहला? कहंदा मेरे परदादा जी। कहंदा फिर लक्कड़ दादा। फिर तो गल उही हो गई, धरती होर परया होर तिसते पहाड़ तले कमण जोर। जिहड़े सनातनी धर्म दे सोचते ने कि महाराज उन्हां दा ख्याल सी, मिथ्यास सी, ये धरती नूं बलद ने चुक्या है अपने सिंगां नाल। ते महाराज कहंदे धरती दे थल्ले फिर बलद, ते बलद नूं किहने दाया? कहंदे धरती है। कहंदे ओनूं महाराज कहंदे गल मुकाओ कि आखिर बलद किहदे सहारे खड़ा है? गल आ गई ना, कित्थे तो मुकानी है ना गल। कोई कहे मेरे प्यो दी है, तो प्यो दी आफ्टर ऑल गल तो मुकानी है। तो महाराज ने कहा ये धरती किसी बलद ने नहीं चुकी, ये धरती धर्म ने चुकी है। ये धर्म के एक नियम दे नाल, एक कानून दे, ये सब धर्म ही है। धर्म के सदके ही धरती टिकी हुई है। आसमान किवें टिकिया है? नाम के तारे सगले जंत, नाम के तारे खंड ब्रह्मंड, नाम के तारे सिमरत वेद पुराण। महाराज कहते नाम के तारे आगास पाताल। इन्ना वड्डा आकाश तुसी देख रहे हो, कोई थंब लग्या उन्होंने? एक घर बनाना होवे 50 गज का 100 गज का, किन्ने पिलर पाने आ, किन्नियां सपोर्ट देने आ, पर इन्ना वड्डा थंब जो आकाश है उन्होंने किन्ने रोकिया है?
ਨਾਮ ਦੇ ਸਦਕੇ, ਧਰਮ ਦੇ ਸਦਕੇ ਰੁਕਿਆ ਹੈ। ਤੇ ਉਸ ਵੇਲੇ ਮਹਾਰਾਜ ਨੇ ਕਿਹਾ, ਫਿਰ ਦੱਸ। ਹੁਣ ਸਮਝ ਆਣੀ ਸ਼ੁਰੂ ਹੋ ਗਈ ਦੌਲੇ ਸ਼ਾਹ ਨੂੰ ਕਿ ਭਾਈ ਮੇਰਾ ਤੇ ਕੁਛ ਵੀ ਨਹੀਂ ਹੈ, ਨਾ ਦਾਦੇ ਦਾ ਨਾ ਪਰਦਾਦੇ ਦਾ। ਤਾਂ ਫਿਰ ਮਹਾਰਾਜ ਨੂੰ ਕਹਿੰਦਾ, ਮਹਾਰਾਜ ਫਿਰ ਤੇ ਇਹ ਕਰਤਾਰ, ਜਿਹੜੀ ਤੁਸੀਂ ਕਰਤਾਰ ਦੀ ਗੱਲ ਕਰ ਰਹੇ ਹੋ, ਇਹ ਤੇ ਫਿਰ ਉਹਦੀ ਹੋਈ ਨਾ ਜਗ੍ਹਾ। ਫਿਰ ਮਹਾਰਾਜ ਕਹਿੰਦੇ ਨੇ, ਉਹ ਕੌਣ ਹੈ ਫਿਰ ਕਰਤਾਰ? ਹੁਣ ਆ ਗਿਆ ਨਾ ਬੰਦਾ ਲਾਈਨ ਵਿੱਚ। ਮਹਾਰਾਜ ਦਾ ਸਮਝਾਉਣ ਦਾ, ਮੈਂ ਕਹਿੰਦਾ ਦਾ ਬੈਸਟ ਟੀਚਰ ਆਫ ਦਾ ਵਰਲਡ। ਮੈਂ ਅਕਸਰ ਵਿਚਾਰਾਂ ਵਿੱਚ ਕਹਿੰਦਾ, ਮੈਨੂੰ ਦੁਨੀਆ ਦੇ ਵਿੱਚ ਕੋਈ ਟੀਚਰ ਨਹੀਂ ਲੱਭਦਾ ਜੋ ਗੁਰੂ ਨਾਨਕ ਵਰਗਾ ਟੀਚਰ ਹੈ। ਕਿਆ ਹਰਿਦੁਆਰ ਦੇ ਵਿੱਚ ਕਿਆ ਸਵਾਲ ਜਵਾਬ ਨੇ ਮਹਾਰਾਜ, ਤੁਸੀਂ ਹੱਦ ਕਰ ਦਿੱਤੀ, ਕਮਾਲ ਕਰ ਦਿੱਤੀ, ਵਾਹ ਵਾਹ, ਮੁੱਖੋਂ ਵਾਹ ਨਿਕਲਦਾ ਹੈ। ਤੁਸੀਂ ਉਹਨਾਂ ਨੂੰ ਸਵਾਲ ਗੁਰੂ ਨਾਨਕ ਨੇ ਨਹੀਂ ਕੀਤਾ, ਉਹਨਾਂ ਨੂੰ ਸਵਾਲ ਕਰਨਾ ਪੈ ਗਿਆ। ਜਦ ਉਹ ਸੂਰਜ ਨੂੰ ਪਾਣੀ ਦੇ ਰਹੇ ਨੇ, ਮਹਾਰਾਜ ਉਲਟਾ ਹੋ ਕੇ, ਮਹਾਰਾਜ ਨੇ ਪੁੱਛਿਆ ਨਹੀਂ ਤੁਸੀਂ ਕਿਉਂ ਦੇ ਰਹੇ ਹੋ, ਤੇ ਨਾ ਮਹਾਰਾਜ ਮੰਦਰ ਗਏ ਨੇ ਕੋਈ। ਉੱਥੇ ਮੰਦਰ ਵਿੱਚ ਹੁੰਦਿਆਂ ਕਈ ਸਾਡੇ ਪ੍ਰਚਾਰਕ ਬੋਲ ਦਿੰਦੇ ਨੇ, ਗੁਰੂ ਸਾਹਿਬ ਮੰਦਰਾਂ ਵਿੱਚ ਵੀ ਜਾਂਦੇ ਰਹੇ ਨੇ, ਮਸਜਿਦਾਂ ਵਿੱਚ ਵੀ ਜਾਂਦੇ ਰਹੇ ਨੇ। ਨਹੀਂ ਮਹਾਰਾਜ, ਉਹ ਤੇ ਤਾਂ ਗਏ ਨੇ ਕਿ ਦੱਖਣ ਦੇਸ਼ ਹਰੀ ਕਾ ਵਾਸਾ, ਪश्चिम अल्लाह मुकामा, दिल में खोज दिलै में खोजो, यही ठोर मकामा। कोई ਇਹ ਵੀ ਮਤ ਭੁੱਲ ਜਾਣਾ ਕਿ ਗੁਰਦੁਆਰੇ ਵਿੱਚ ਵੀ ਰੱਬ ਬੈਠਾ, ਮੈਂ ਉਹਨੂੰ ਖਿਮਾ ਕਰ ਦੇਣਾ। ਗੁਰਦੁਆਰੇ ਵਿੱਚ ਜੇ ਰੱਬ ਹੈ ਤੇ ਬਾਹਰ ਵੀ ਰੱਬ ਹੈ। ਕਈਆਂ ਦੀ ਸੋਚ ਹੈ ਕਿ ਮੱਕੇ ਵੱਲ ਰੱਬ ਹੈ, ਕਈ ਸੋਚਦੇ ਨੇ ਦੱਖਣ ਵੱਲ ਗੁਰੂ ਪਰਮਾਤਮਾ ਹੈ, ਤੇ ਸਾਡੇ ਵਿੱਚੋਂ ਵੀ ਕਈ ਸੋਚਦੇ ਨੇ ਗੁਰਦੁਆਰੇ ਵਿੱਚ ਰੱਬ ਹੈ, ਇੱਥੇ ਹੀ ਕੰਮ ਮਾੜੇ ਕਰ ਲਓ, ਅੱਗੇ ਤੇ ਹੈ ਹੀ ਕੁਛ ਨਹੀਂ ਬਾਹਰ। ਨਹੀਂ, ਮਹਾਰਾਜ ਕਹਿੰਦੇ ਨੇ ਦਿਲ ਮੇਂ ਖੋਜ ਦਿਲੇ ਮੇਂ ਖੋਜੋ, ਇਹੀ ਠੋਰ ਮਕਾਮ। ਤਾਂ ਹੀ ਤੇ ਕਿਹਾ ਸੀ, ਹਿੰਦੂ ਅੰਨਾ ਤੁਰਕੂ ਕਾਨਾ, ਦੂਆਂ ਤੇ ਗਿਆਨੀ ਸਿਆਣਾ। ਹਿੰਦੂ ਪੂਜੇ ਦੇਹਰਾ, ਮੁਸਲਮਾਨ ਮਸੀਤ, ਨਾਮੇ ਸੋਈ ਸੇਵਿਆ ਜਾਂ ਦੇਹਰਾ ਨਾ ਮਸੀਤ। ਨਾਮਦੇਵ ਜੀ ਕਹਿੰਦੇ ਨੇ, ਮੈਂ ਤੇ ਉਹਨੂੰ ਸੇਵਨਾ ਵਾਂ ਜਿਹੜਾ ਦੇਹਰੇ ਵਿੱਚ ਵੀ ਨਹੀਂ, ਮਸੀਤ ਵਿੱਚ ਨਹੀਂ, ਸਾਰੀ ਜਗ੍ਹਾ ਤੇ ਹੈ। ਕਈਆਂ ਨੇ ਨਾ ਟਿਕਾਣੇ ਲੱਭ ਲਏ, ਬਸ ਇਹ ਮੱਕੇ ਵਿੱਚ ਹੀ ਹੈ। ਤੇ ਤਾਂ ਹੀ ਉਹਨੇ ਪੂਰਬ ਵੱਲ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਹੋਇਆ, ਤੇ ਪশ্ਚਿਮ ਦੀ ਵੱਲੇ ਉਹ ਪੀਰ ਜਦੋਂ ਸਜਦਾ ਕਰਦਾ ਸੀ, ਤੇ ਅੱਜ ਪੂਰਬ ਦੀ ਕਰਨ ਲੱਗ ਪਿਆ, ਕਿਉਂਕਿ ਉਹ ਪশ্ਚਿਮ ਵੱਲ ਮੱਕਾ ਹੈ। ਤੇ ਉਹਦੇ ਅਨੁਯਾਈ, ਉਹਦੇ ਸੇਵਕ ਕਹਿੰਦੇ ਨੇ, ਪੀਰ ਸਾਹਿਬ ਤੁਸੀਂ ਉਲਟੇ ਹੋ ਕੇ ਇਹ ਕੀ ਤੁਸੀਂ ਇਸਲਾਮ ਧਰਮ ਦੀ ਚ ਇਹ ਤੁਸੀਂ ਬੜੀ ਤੁਸੀਂ ਬੇਇੱਜ਼ਤ ਕੀਤੀ ਹੈ, ਜਿਹੜਾ ਤੁਸੀਂ ਅੱਲਾ ਨੂੰ ਪੂਰਾ ਵਤਰ ਕਰ ਰਹੇ ਹੋ। ਉਹ ਕਹਿੰਦੇ ਅੱਜ ਜਿਹੜਾ ਅੱਲਾ ਹੈ ਨਾ, ਆਪ ਗੁਰੂ ਗੋਬਿੰਦ ਸਿੰਘ ਦਾ ਰੂਪ ਧਾਰ ਕੇ ਪੂਰਬ ਵੱਲ ਆ ਗਿਆ, ਪਟਨਾ ਸ਼ਹਿਰ ਵਿਖੇ ਭਾਵ ਲਿਓ। ਤਾਂ ਗੁਰੂ ਸਾਹਿਬ ਇਹ ਦੱਸਦੇ ਨੇ ਹਰ ਜਗ੍ਹਾ ਰੱਬ ਹੈ। ਤੇ ਉਸ ਵੇਲੇ ਜਦ ਉਹ ਪਾਣੀ ਉੱਥੇ ਦੇ ਰਹੇ ਸਨ, ਤੇ ਮਹਾਰਾਜ ਨੇ ਉਹਨਾਂ ਨੂੰ ਨਹੀਂ ਕਿਹਾ ਕੁਛ, ਆਪ ਇੱਧਰ ਪਾਣੀ ਦੇਣ ਲੱਗ ਪਏ ਉਲਟਾ ਹੋ ਕੇ। ਤੇ ਸਾਰੇ ਫਿਰ ਸਵਾਲ ਆਪੇ ਹੀ ਬਣ ਗਏ। ਕਹਿੰਦੇ ਮਹਾਰਾਜ ਤੁਸੀਂ ਪਾਣੀ ਉੱਧਰ ਦੇ ਰਹੇ ਹੋ। ਕਹਿੰਦੇ ਕੀ ਹੋਇਆ, ਇੱਧਰ ਕਿਉਂ ਦੇ ਰਹੇ ਹੋ, ਸੂਰਜ ਤੇ ਇੱਧਰ ਹੈ। ਮਹਾਰਾਜ ਕਹਿੰਦੇ ਨੇ ਮੈਂ ਨਾ ਜਲਦੀ ਵਿੱਚ ਆਇਆ, ਤੇ ਕਰਤਾਰਪੁਰ ਵਿੱਚ ਨਾ ਮੇਰੇ ਜਿਹੜਾ ਪਿੰਡ ਹੈ, ਉੱਥੇ ਖੇਤਾਂ ਦੇ ਵਿੱਚ ਮੈਂ ਜਲਦੀ 'ਚ ਆਇਆ, ਤੇ ਪਾਣੀ ਦੇਣਾ ਭੁੱਲ ਆਇਆ, ਤੇ ਝੂਨਾ ਲੱਗਿਆ ਹੋਇਆ, ਤੇ ਮੈਂ ਹੁਣ ਕਿਸ ਤਰ੍ਹਾਂ ਕਰਾਂ। ਤੇ ਮੈਨੂੰ ਯਾਦ ਆਇਆ, ਤੇ ਮੈਂ ਪਾਣੀ ਦੇਣ ਲੱਗ ਪਿਆ। ਉਹ ਕਹਿੰਦੇ ਨੇ ਤੁਸੀਂ ਨਾਨਕ ਜੀ ਕਿੰਨੀ ਦੂਰ ਤੁਹਾਡੇ ਖੇਤ ਨੇ, ਉੱਥੇ ਪਾਣੀ ਜਾ ਸਕਦਾ? ਸਵਾਲ ਆ ਗਿਆ। ਮਹਾਰਾਜ ਨੇ ਫਿਰ ਆਪਣੇ ਬਚਨਾਂ ਦਾ ਤੀਰ ਮਾਰਿਆ, ਅਣਿਆਲੇ ਤੀਰ ਵੱਜੇ। ਕਹਿਣ ਲੱਗੇ ਜੇ ਤੁਹਾਡਾ ਕਰੋੜਾਂ ਮੀਲ ਦੂਰ ਤੇ ਪਾਣੀ ਜਾ ਸਕਦਾ ਹੈ, ਮੇਰਾ ਚੰਦ ਕਿਲੋਮੀਟਰ ਤੇ ਨਹੀਂ ਜਾ ਸਕਦਾ। ਜਿਨ੍ਹਾਂ ਨੂੰ ਸਮਝ ਆ ਗਈ ਉਹਨਾਂ ਨੇ ਸੂਰਜ ਨੂੰ ਪਾਣੀ ਦੇਣਾ ਬੰਦ ਕਰ ਦਿੱਤਾ, ਜਿਨ੍ਹਾਂ ਨੂੰ ਨਹੀਂ ਆਈ ਉਹ ਦੇਈ ਜਾ ਰਹੇ ਨੇ। ਤਾਂ ਗੁਰੂ ਸਾਹਿਬ ਉੱਥੇ ਫਿਰ ਜਦੋਂ ਸਮਝਾਇਆ, ਉਹਨੂੰ ਸਮਝ ਆ ਗਈ। ਕਹਿੰਦਾ ਕਰਤਾਰ, ਜਿਸ ਕਰਤਾਰ ਦੀ ਗੱਲ ਕਰ ਰਹੇ ਹੋ, ਕਰਤਾਰ ਹੈ ਕੌਣ ਹੈ? ਮਹਾਰਾਜ ਨੇ ਕਿਹਾ ਉਹ ਆਦਿ ਸੱਚ, ਜੁਗਾਦ ਸੱਚ ਹੈ, ਭੀ ਸੱਚ, ਨਾਨਕ ਹੋਸੀ ਭੀ ਸੱਚ। ਉਹ ਕਰਤਾਰ ਪਤਾ ਕੌਣ ਹੈ? ਆਦਿ ਤੋਂ ਹੀ ਸੱਚ ਹੈ, ਸਦਾ ਰਹਿਣ ਵਾਲਾ, ਜਿਹਦਾ ਕੋਈ ਮੁੱਢ ਨਹੀਂ, ਔਰ ਮੁੱਢ ਤੋਂ ਹੀ ਹੈ। ਦੇਖੋ ਹੁਣ ਵੀ ਸੱਚ ਹੈ, ਅਗਾਂਹ ਵੀ ਉਹੀ ਰਹੇਗਾ, ਜਿਹੜਾ ਸਾਰੀਆਂ ਸਾਡੀਆਂ ਧਰਤੀਆਂ ਨੂੰ ਚਲਾ ਰਿਹਾ ਹੈ।
महाराज कहते ने होर कोई नहीं है, वो परमात्मा ही है। हंकार टुट गया, गुरु नानक दा सेवक बन गया, दोदा शाह प्रभावित हो गया। क्योंकि जद तक तुसी अज्ञानता नूं हटाउण वास्ते ज्ञान दा दीपक नहीं रखोगे सामने, अंधेरा नहीं जाएगा। जदों तुहानूं समझ आ जाएगा ना, तो तुसी कहोगे फिर मेरे वास्ते कोई कर्म धर्म कुछ नहीं है। कर्म धर्म पाखंड जो दिसे तिन जम जागाती लुटे। फिर तुसी कोई किसी तरह का भरम वहम, कोई नंगे पैरी जाके जटा धार के भुखे रह के मोलियां बन के हाथ विच जो तुसी नग पा के या होर दिनां नूं मन के ये दिन माड़ा ये चंगा, हुण आउण वाले दिन माड़े ने ये चंगे ने, ये दिन ये तुसी भरम भुलेखिਆਂ 'ਚ नहीं पोगे। पर ਜਿਹੜੇ नहीं है, जिन्होंने नहीं समझ, पढ़े लिखे भी उधर ही चली जा रहे हैं, क्योंकि उन्होंने धार्मिक बंदियां दी दुकानां पे चलदियां ने। गुरु नानक पातशाह ने कहा उन्होंने जप जिहड़ा आद तो सच है, हुण भी है, अगां भी रहेगा। समझ आ गई? मैं कहना असी ये दोदे शाह सज्जन ठग दी लैन च लग जाइए, इन्हां च ते एक एक औगण है, साडे ते कई औगण ने। मैं क्या वो तो बख्शे गए, उन्होंने तो गुरु नानक दा एक बचन फड़ के अपनी कर्म कांडां तो अपनियां जिहड़ियां अंध विश्वासां तो हट गए। असी तो इन्नियां विचारां सुन के ही नहीं हटे, असी तो मुंडी भी ला दिंदे आ, पर जद बाहर जाने कबर आंदी है थल्ले भी कर लैंदे आ। जदों वर्त की गल आंदी है असी सिरी साहब भी पाई हुंदी है, वर्त भी रख रहे हुंदे आ। वो तो एक एक बचन सुन के दोदे शाह वर्गे अंकारी जिहड़ा कहंदा सारा कुछ मेरा है, ये धरती सारी मेरी इत्थे दी, ते महाराज कहंदे ने एक बचन ही किया सी ना, साध बचन एक अटलादा। ते सानू इतने विचारां सुन के भी जे फिर असी कर्म कांड, फिर असी पखंड कर रहे हैं, तो फिर समझो कि असी समय नूं फेल कर रहे हैं, खाली समय नूं पास भी नहीं कर रहे। तो गुरु साहब ने जद उहदा अज्ञानता दा हनेरा दूर किया ना, जदों अज्ञान जाता है, तुसी कमरे विच हनेरा होवे, लाइट दा स्विच ऑन कर दिओ, की हुंदा है? अंधेरा चला जाता है। फिर की हुंदा उत्थे? प्रकाश, जिन्हों चानना लाइट कहने हैं। फिर की हुंदा है? फिर उहदे विच गुरु नूं आत्म संपरमण करन वाली एक बख्शिश आ जाती है कि गुरु मैं तो कुछ है ही नहीं हाँ। तो होया कि फिर उन्हें कहा महाराज अज तो बाद ये धरती दोदे शाह दी नहीं है, ये धरती तुसी जिस करतार की गल कर रहे हो वो करतारपुर दी है। उस धरती का नाम करतारपुर पिया, जिहड़ा अज ननकाना साहब के नाम ते तुसी जिहड़े जानते हो। महाराज की कृपा नाल दास भी काफ़ी 30-40 साल पहले दर्शन कर चुका है उस पावन पवित्र धरती ते, जिथे मुबारक साहिब श्री गुरु नानक देव महाराज जी इस संसार दे विच दुनिया नूं तारन वास्ते इस संसार विच प्रगट होए, जिसने शब्द दा एक ऐसा, जिन्हां ने सिद्धां ने भी कहा सी महाराज बालक हो तुसी, पर यह समझ नहीं आ रही कि तुसी इस शब्द दी रट लाइए। शब्द है कि शब्द तो वही है, ग्रंथां विच, सिमरतियां विच, वेदां विच, पुराणां विच शब्द ही तो चल रहा सी, पर तुसी किहड़े शब्द गुरु की गल। महाराज कहंदे ने शब्द तो पहला भी सारे चल रहे सन, पर गुरु जिहड़ा जिन्हों शब्द नूं गुरु का दर्जा दिता है वो मेरे गुरु नानक ने दिता है। वो शब्द जिहड़ा परम, महाराज कहंदे ने ना, पवन आरंभ सतगुर मत चेला, शब्द गुरु सुरत धुन चेला। जदों सवाल किया ने तेरा कवन गुरु जिसका तू चेला, तो महाराज कहंदे ने पवन आरंभ, जितों साडे श्वास आरंभ होंदे ने ना, सतगुर मत वेला, वो वेला जिहड़ा असीं कदी कह दिंदे आ ये वेला खराब है, नहीं, सतगुर मत वेला, शब्द गुरु सुरत धुन चेला। सिद्ध कहंदे ने किहड़ा गुरु है? कहंदे ने साडा शब्द है। शब्द तो पहला भी सी, पर हुण गुरु का दर्जा गुरबाणी दे विच, जिन्हों असीं कहने आ वाह वाह बाणी निरंकार है, बाणी गुरु, गुरु है बाणी। तो वो महाराज ने कहा उस शब्द नूं मैं गुरु मन्निया है, तो उस गुरु का जिहड़ा चेला है वो मेरी सुरत है, मेरा ध्यान है।
मैं अपने ध्यान नूं उस शब्द दे नाल लाना। हुण जिहड़े अज मूर्तियां नूं पूजो, जे तुसीं कोई कबरां नूं पूजो, जे किसे मैं कहना किसे भी गुरु साहिबान दी तुसीं तस्वीर नूं पूज रहे हो, तो एक वारी गुरु नानक दे ਉਹ बचन नूं ध्यान रख लेना, शब्द गुरु की गल। गुरु ने यह नहीं कहा मैं किसी फोटो का पुजारी हाँ, नहीं, गुरु ने कहा मेरा गुरु शब्द है। तो जे साडे गुरु का गुरु शब्द है तो साडा भी गुरु शब्द ही होया, तो असीं शब्द दे लड़ लगना है। तो सिद्धां नूं ਉਹ जवाब गुरु नानक 114 सवाल गुरु नानक दे अगे रखे। महाराज ने एक एक सवाल का जवाब, कदी समा बनिया तो पूरी सिद्ध गोष्ठ की बाणी असी विचार नाल सांझ करांगे। महाराज किरपा करन। तो अज का जिहड़ा विशा सी, सतगुर गुणी निदान है, गुण कर बख्शे अवगण हारे। सतगुर मेरा गुणा का खजाना है, और जेड़ा भी गुरु साहब दे औगण हारा भी कोई कहे मेरे च कोई औगण भरे पे ने, गुण कोई नहीं है, महाराज कहते हैं उन्होंने भी मैं आ जा मेरे कोल, मैं तेन गुणा वाला बना दाँगा। सतगुर पूरा वैद है, वो पूरा वैद है। दुनिया के वैद तो एक अद्धे बीमारी दे होणगे, सतगुरु तो एक महाराज कहते 5 रोग अवसाद निवारे। वो सारे रोगों का ना ठीक होने वाले रोगों का भी निवार करते हैं। सुख सागर गुरदेव है, वो सुखां दा सागर समुंदर है। सुख दे मेल ले दुखियारे, दुखियारियां दे दुख लैके उन्होंने सुख दे देंदे ने। गुर पूरा निर्वैर है, वो वैर तो रहत है। क्यों? क्योंकि निंदक दोखी बेमुख तारे, वो निंदकां नूं दोखियां नूं जिहड़े गुरु तो बेमुख होए हुंदे ने उन्होंने भी तार दिंदे ने। गुर पूरा निरभओ सदा जन्म मरण जम डरे उतारे। वो निरभओ है, साडा जिहड़ा जन्म मरण का डर सतांदा है हर वक्त मौत, कोई क्योंकि असी माड़े काम किए हुए ने, पता है कि सानू जमा का डर है। महाराज कहते हैं तू उस निरभओ गुरु परमात्मा के नाल लग जा, तैनू जन्म मरण का डर, ये जमा का डर भी मुक जाएगा। सतगुर पुरख सुजान है, वो बड़ा सुजान है, वो बड़ा सुगड़ है। वड्डे अजान मुगद निस्तारे, वड्डे वड्डे मूर्खां नूं भी उन्हां दा भी निस्तारा कर दिता है। तो अखीर विच महाराज कहते हैं सतगुर आगू जाणीए। असी की करिए? असी अपने सतगुरु नूं आगू जाणीए, उसनूं सब तो वड्डा जाणीए। अज बेस्ट टीचर कदी भी को ना, कोई ना मैं वां ना तुसी हो ना कोई भी नहीं, साडे सब दा बेस्ट टीचर है वो धन गुरु नानक पातशाह ने, धन श्री गुरु ग्रंथ साहिब महाराज ने। सतगुर आगू जाणीए बाहां पकड़ अंधले उधारे। वो बाह पकड़ के साडे अन्नियां नूं, अन्ने भाव असी अखां दी हैगियां ने पर अज्ञानता करके अन्ने होए पे आ। मारे कहते उन्होंने बाह फड़ के मान निमाणे सद बलिहारे। वो मान निमाणे नूं मान दे देंदे ने, मैं उन्होंने तो सदा बलिहार जाना। भाई गुरदास जी की ये वार सी, आप बैठ के पढ़ भी लेना। और ये बेस्ट टीचर जो सानू उन्होंने दसिया है वो श्री गुरु ग्रंथ साहिब महाराज ने। उन्होंने नकमस्तक होइए, उन्हों की जय जयकार करिए। जे गुरु ग्रंथ साहिब की जितनी तुसी महिमा करोगे तुहाडे उतने पाप। ये नहीं है कि असी नहीं महिमा करांगे तो उन्हें कोई छोटा वड्डा हो जाना है, नहीं, उन्हें तो वड्डा ही रहना है। तो इस करके सानू गुण गाउण का मतलब है तारिया जहाँ लिया अभिमान, जिन्नी दर्शन पाया, जिन्नी तुदनों धन किया, तिन जम नेड़ ना आया। धन कहण दे नाल, उहदी वाह वाह करन नाल असी जमा दे डर तो ये मुकत हो जावांगे। असी उस परमात्मा दे कोल हो जाएंगे। नाम जप के परमात्मा की सिफत करके सानू ये लाभ है। वड्डा ना होवे घाट ना जाए। असी नहीं बोलांगे ना परमात्मा ने छोटा नहीं हो जाना या वड्डा नहीं हो जाना या छोटा, जो ने परमात्मा ने वही रहना है। हाँ, ਉਹਦੇ ਸਾਡੇ बोलण नाल, साडी उस्तत ਉਹਦੀ ਕਰਨ नाल ਉਹਦਾ कुछ होवे ना, साडे पाप जरूर लै जाणगे। तो गुरु महाराज बख्शिश करन। जिसनूं भी कोई शक होवे तो गुरु साहब कहते जिस पापी को मिले ना ढोई, कित्थे भी उस पापी नूं ढोई ना मिले, जगह ना मिले, शरण आवे तां निर्मल सोई। वो शरण आ जाएगा तो वह भी मलां तो रहत हो जाएगा। गुरु महाराज कृपा करन, असी उस सच्चे टीचर, बेस्ट टीचर ऑफ द वर्ल्ड, असी ओदे गुण गाइए। बाकी टीचर सब सत्कारयोग ने, पर अपने अंदर इको खाना बनाइए, सीस ओदे अगे निभाइए जिहड़ा सारियां दा गुरु है, परमात्मा है। वाहिगुरू जी का खालसा, वाहिगुरू जी की फतेह।